ਮੰਨ ਲੈਂਦੇ ਕਿ ਸਰਕਾਰ ठीक कर रही है। मैनू कोई फैसला तो दस दो 6-7 साल ਦੇ ਵਿੱਚ ਜਿਹੜਾ ਉਹਨਾਂ ਨੇ ਜਨਤਾ ਦੇ ਲਈ ਕੀਤਾ ਹੋਵੇ ਜਿੱਤੇ ਅਸੀਂ ਵਿਸ਼ਵਾਸ ਕਰਕੇ ਇਹ ਸੋਚ ਲਈਏ ਕਿ ਸਾਡੀ ਸਰਕਾਰ ਹੈ ਜਿਹੜੀ ਸਾਡੇ ਲਈ ਸੋਚ ਰਹੀ ਹੈ। हाँ मार्शल कौम है जी, ये तो छाती च गोलियां साडे वाले भी बेचारे ਇਹੋ जी कौम है भी जिथे खड़ जे तो फिर पिछे नहीं हटदी ते असी भी जी डट के असी कलाकार बाद च असी पहला किसानी दे नाल संबंध रखदे हां, किसानां नाल डट के खड़ांगे। देश आजाद कदों दा होया अज किस मोड़ ते आण खलोया, तक्या हाल बड़ा दिल रोया अखियां ने तां भरना सी। ओ इस आजादी लई क्यों भगत सियां फांसी चढ़ना सी। चल के खुद आप बनाउणा, चल के खुद आप बनाउणा ओए पैंदा है रामां नूं केड़ा बन मारू यारो ए भगदियां दरियावां नूं केड़ा बन मारू। खड़ा सी ते खड़ांगा किसान नाल मैं ਇਹ ਗੱਲ ਕਹਿਣਾ ਪੂਰੇ ਮਾਣ ਨਾਲ ਮੈਂ। ਅਸੀਂ ਉਹੀ ਆ ਜੋ ਵੋਟਾਂ ਵੇਲੇ ਕਹਿੰਦੇ ਆ ਕਿ ਦਬੀ ਨਾ ਤੈਨੂੰ ਫੁੱਲ ਸਪੋਰਟ ਹੈ। ਇਹ ਸਿਰਫ ਤੇ ਸਿਰਫ ਸਾਡੀ ਵੋਟ ਦਾ ਵੋਟ ਹੈ। ਦਿੱਲੀ ਦੇ ਖਾੜੇ ਬੰਦ ਕਰ ਦੇ ਯਾਰ, ਹੋਰ ਕੀ ਹੈ। ਇੱਥੇ ਪੰਜਾਬ ਬਥੇਰਾ ਪਈ ਜਾਊਗਾ, ਇੱਥੇ ਬਥੇਰਾ ਪਈ ਜਾਊਗਾ ਬਸ। ਕੱਲੀ ਗੱਲ 84 ਦੀ ਨਹੀਂ ਆ, ਕੱਲੀ ਸਿੱਖਾਂ ਦੀ ਨਹੀਂ ਆ, ਪੰਜਾਬ ਦੇ ਲੋਕਾਂ ਦੀ ਪੰਜਾਬੀਅਤ ਦੀ ਗੱਲ ਆ, ਪੰਜਾਬ ਦੀ ਗੱਲ ਆ। ਨਵਾਂ ਸਟਾਰ ਸਾਨੂੰ ਇਹਨਾਂ ਲੋਕਾਂ ਨੇ ਬਣਾਇਆ। ਜੇ ਇਹਨਾਂ ਲੋਕਾਂ ਲਈ ਅਸੀਂ ਨਹੀਂ ਲੜਾਂਗੇ ਤਾਂ ਫਿਰ ਸਾਡੇ ਤੇ ਲਾਹਨਤ ਆ। ਸੜਕਾਂ ਤੇ ਧਰਨੇ ਲੱਗ ਗਏ ਹੁਣ ਹੱਥ ਪੈਣਗੇ ਪੱਗਾਂ ਨੂੰ, ਹੁਣ ਨਾ ਜੱਟਾ ਦਬਾ ਕੇ ਬਹਿ ਜਾਈ ਸੀਨੇ ਬਲਦੀਆਂ ਅੱਗਾਂ ਨੂੰ। ਐਤਕੀ ਲਾਂਬੂ ਲਾ ਦੇਣਾ ਏ ਸਰਕਾਰੀ ਠੱਗਾਂ ਨੂੰ, ਬਣ ਕੇ ਸਾਧਨਾ ਸਰਨਾ ਏ ਹੁਣ ਦੌਰ ਚੱਲੇ ਬਦਮਾਸ਼ੀ ਦਾ। ਓਏ ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ, ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ। कि मैं इस धरने दे विच इस करके आई हाँ क्योंकि मेरे फादर साहब सरदार बलदेव सिंह मान ने सारी जिंदगी किसानां दे हक्कां वास्ते मजदूरां दे हक्कां वास्ते दे दित्ती। सो मैनू ये लगा कि मैनू भी किसानां नूं सपोर्ट करना चाहिदा है। ओ घड़ी चमकौर दी है मूहों पई बोलदी, 40 ना 40 लख गुज्जे भेद खोलदी। ओ गिद्दड़ां ने मरन लई मल लईआं थावां ने, छाती उत्ते वार करो जे जम्मे तुसी मावां ने। ओ कल्ला शेर घेरिया सी गिद्दड़ां ते कावां ने, छाती उत्ते वार करो जे जम्मे तुसी मावां ने। ਇਹ ਹੁਣ ਕੇਂਦਰ ਨੂੰ ਕਹਿਣ ਦਾ ਟਾਈਮ ਹੈ ਇਹ। बिल्कुल जी, ਵਿਰੋਧਤਾ ਹੀ ਕ੍ਰਾਂਤੀ ਨੂੰ ਜਨਮ ਦਿੰਦੀ ਹੈ। ਜਾਂ ਤੇ ਯਹੂਦੀਆਂ ਵਾਂਗੂ ਸਾਨੂੰ ਇੰਨਾ ਵੱਢ ਜਾਣਾ ਪਵੇਗਾ ਤੇ ਜਾਂ ਲੜ ਕੇ ਮਰ ਜਾਣਾ ਪਵੇਗਾ। ਤੁਸੀਂ ਬਖੂਬੀ ਜਾਣਦੇ ਹੋ ਇਤਿਹਾਸ। ਉਹ ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ ਤੇ ਉੱਥੋਂ ਸ਼ੁਰੂ ਹੁੰਦੀ ਦਾਸਤਾਂ ਸਾਡੀ। ਉਹ ਸਾਡੇ ਲੜਦਿਆਂ ਲੜਦਿਆਂ ਸੀਸ ਲੈ ਗਏ ਐ ਪਰ ਮੁੱਕੀ ਨਾ ਜਿਸਮ ਚੋਂ ਜਾਨ ਸਾਡੀ। ਲੋਕ ਸਦਾ ਹੀ ਚਿਨਾਹ ਵਿੱਚ ਰਹੇ ਤਰਦੇ ਤੇ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ। ਉਹ ਸਾਡੇ ਸਿਦਕ ਨੂੰ ਪਰਖਿਆ ਰੰਬੀਆਂ ਨੇ ਤੇ ਸਾਡੀ ਅਣਖ ਨੂੰ ਪਰਖਿਆ ਆਰੀਆਂ ਨੇ। ਜੇ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਜਨਾਂ ਕੱਟ ਦੇਣਗੇ ਜਨਾਂ ਸਰਕਾਰ ਦੀ। ਤੁਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹੋ, ਇਹ ਅੱਜ ਆਪਾਂ ਕਿਉਂ ਇਕੱਠੇ ਹੋਏ ਆ? ਸਿਰਫ ਇਹ ਦੱਸਣ ਖਾਤਰ ਇਕੱਠੇ ਹੋਏ ਆ ਵੀ ਇਹ ਕੋਈ ਗੱਲ ਨਹੀਂ ਹੈਗੀ। ਇਹ ਜਦੋਂ ਆਪਣੀ ਆਈ ਤੇ ਆਉਂਦੀ ਹੈ ਇਹ ਵੱਡੇ ਵੱਡੇ ਦਾ ਗਦਾ ਨਹੀਂ ਦੇ ਕਰ ਦਿੰਦੀ ਹੈ। ਸਾਡੇ ਬਾਨਿਆਂ ਤੇ ਹੁਣ ਤੇਰਾ ਕਰਤਾ ਦੇਣਾ ਪਾਟੇ ਯਕੀਨੀ ਗੱਲ ਮੁਕਣੀ ਧਰਨਿਆਂ ਤੇ। ਆਏ ਸੁਣ ਲਈਏ ਕਵਾਰ ਨਿਕ ਤੈਨੂੰ ਜੇ ਹੱਥ ਪਾਵੇਗੀ ਸਾਡੇ ਬਾਨਿਆਂ ਤੇ। ਆਹ ਮਨਾ ਨੂੰ ਹੀ ਗਮਾਰ ਨਾ ਸੁਣਿਆ ਲਾਜ ਕਰਨੀ ਵੇ ਥੋੜੀ ਨੂੰ। ਹੋ ਆਈ ਤੇ ਜੱਟ ਆਇਆ ਮਾੜਾ ਨਹੀਂ ਦੱਸਦੇ ਜਾ ਕੇ ਮੋਦੀ ਨੂੰ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਕੇਂਦਰ ਸਰਕਾਰ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੀ ਸੀ, ਅੱਜ ਇੱਕ ਅਜਿਹਾ ਕਾਲਾ ਕਾਨੂੰਨ ਪਾਸ ਕਰਨ ਦੀ ਗੱਲ ਆਖ ਰਹੀ ਹੈ ਜਿਸ ਦੇ ਵਿਰੁੱਧ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਹਰਿਆਣੇ ਦੇ ਵਿੱਚ ਵੀ ਤੁਸੀਂ ਜਿਹੜਾ ਸੰਘਰਸ਼ ਉਲੀਕਿਆ ਹੋਇਆ ਹੈ, ਜਿਸ ਦੇ ਵਿੱਚ ਨਾ ਸਿਰਫ ਬਜ਼ੁਰਗ ਨੌਜਵਾਨ ਵੀ ਹਿੱਸਾ ਲੈ ਰਹੇ ਨੇ, ਇਸ ਤੋਂ ਇਲਾਵਾ ਗਾਇਕ, ਕਲਾਕਾਰ, ਅਦਾਕਾਰ ਜਾਂ ਜਿਹੜੇ ਵੀ ਕਿੱਤੇ ਦੇ ਨਾਲ, ਜਿਹੜੇ ਵੀ ਵਰਗ ਦੇ ਨਾਲ ਲੋਕ ਜੁੜੇ ਹੋਏ ਨੇ, ਚਾਹੇ ਉਹ ਬਿਜ਼ਨਸਮੈਨ ਹੈ, ਇੱਕ ਆਮ ਵਿਅਕਤੀ ਵੀ ਅੱਜ ਇੱਕ ਕਿਸਾਨ ਦਾ ਦਰਦ ਸਮਝ ਸਕਦਾ ਹੈ। ਤਾਂ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਸਰਕਾਰਾਂ ਨੂੰ ਇਹ ਦਰਦ ਦਿਖਾਈ ਕਿਉਂ ਨਹੀਂ ਦੇ ਰਿਹਾ। ਮੇਰੇ ਨਾਲ ਇਸ ਵੇਲੇ ਇੱਕ ਅਜਿਹੇ ਗਾਇਕ ਮੌਜੂਦ ਨੇ ਜਿਹੜੇ ਕਿਸੇ ਵੀ ਤਰ੍ਹਾਂ ਦੀ ਪਛਾਣ ਦੇ ਮੁਹਤਾਜ ਨਹੀਂ ਹਨ। ਹਰਜੀਤ ਹਰਮਨ ਜੀ, ਜਿਸ ਤਰ੍ਹਾਂ ਦੀ ਤੁਹਾਡੀ ਸਾਫ਼ ਸੁਥਰੀ ਸੋਚ, ਉਸ ਤਰ੍ਹਾਂ ਦੀ ਸਾਫ਼ ਸੁਥਰੀ ਗਾਇਕੀ, ਪਰ ਇਹ ਸਰਕਾਰਾਂ ਦਾ ਜਿਹੜਾ ਫੈਸਲਾ ਹੈ ਸਾਫ਼ ਸੁਥਰਾ ਲੱਗਦਾ ਕਿ ਨਹੀਂ? ਬਿਲਕੁਲ ਜੀ, ਜਿੱਥੇ ਕਰੋਨਾ ਦੀ ਇੰਨੀ ਕਰੋਪੀ ਚੱਲ ਰਹੀ ਹੈ, ਇੰਨੇ ਅਸੀਂ ਡਰੇ ਹੋਏ ਆ ਕਿ ਰਿਸ਼ਤੇਦਾਰੀ 'ਚ ਜਾਣ ਤੋਂ ਡਰਦੇ ਆ, ਜਿਹੜਾ ਭਰਾ ਹੈ ਭੈਣ ਕੋਲ ਜਾਣ ਤੋਂ ਡਰਦਾ, ਇੱਥੋਂ ਤੱਕ ਕਿ ਸੰਸਕਾਰ ਨੇ ਜਿਹੜੇ ਉਹ ਵੀ ਆਪਾਂ ਕਿਸ ਰੂਪ 'ਚ ਹੋਏ ਨੇ ਆਪਾਂ ਦੇਖਦੇ ਆ। ਤਾਂ ਉਹ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੀ ਸਰਕਾਰ ਨੂੰ ਗਰੀਬਾਂ ਦੀ ਸਾਰ, ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਸੀ ਕਿ ਬਾਹਰਲੇ ਮੁਲਕ, ਮਨੀਲਾ ਵਰਗੇ ਮੁਲਕ ਆਪਾਂ ਤੋਂ ਵੀ ਡਾਊਨ ਨੇ, ਉਹਨਾਂ ਦੇ ਘਰ ਤੱਕ ਆਪਣੇ ਜਿੰਨੇ ਵੀ ਨਾਗਰਿਕ ਨੇ ਉਹਨਾਂ ਦੇ ਘਰ ਤੱਕ ਰੋਟੀ ਪਹੁੰਚਦੀ ਕੀਤੀ, ਤੇਲ ਦੀਆਂ ਕੀਮਤਾਂ ਅੱਧੀਆਂ ਕੀਤੀਆਂ। ਸਾਡੀ ਸਰਕਾਰ ਨੇ ਸਾਨੂੰ ਰਾਹਤ ਦੇਣ ਦੀ ਬਜਾਏ ਆ ਕਾਲਾ ਕਾਨੂੰਨ ਸੀ ਜਿਹੜਾ ਕਿਸਾਨਾਂ ਦੇ ਵਿਰੁੱਧ ਮਿੱਠਾ ਜ਼ਹਿਰ ਜਿਹੜਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਪਾਸ ਕਰਨ ਦੇ ਯਤਨਾਂ 'ਚ ਲੱਗੀ ਹੋਈ ਸੀ, ਜਿਹੜਾ ਕਰਤਾ। ਸੋ ਅਸੀਂ ਕਿਸਾਨੀ ਦੇ ਕਿੱਤੇ ਨਾਲ ਸੰਬੰਧ ਤਾਂ ਰੱਖਦੇ ਹੀ ਆ। ਜੇ ਪੰਜਾਬ ਦਾ ਕਿਸਾਨ ਆ ਤਾਂ ਗਾਇਕ ਆ, ਮੈਨੂੰ ਲੱਗਦਾ ਸੀ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਖੜੇ ਆ ਜੀ, ਤੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ। ਕੇਂਦਰ ਸਰਕਾਰ ਕਹਿੰਦੀ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ, ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਕਾਨੂੰਨ ਦਾ ਜ਼ਿਕਰ ਹੋ ਰਿਹਾ ਹੈ, ਜਿਹੜੇ ਬਿੱਲ ਪਾਸ ਹੋਣ ਦਾ ਜ਼ਿਕਰ ਹੋ ਰਿਹਾ ਹੈ, ਇਸ ਦੇ ਹਿਸਾਬ ਨਾਲ ਤਾਂ ਕਿਸਾਨਾਂ ਦੇ ਘਰ ਕੀ ਲੋਕਾਂ ਦੇ ਘਰ ਚੁੱਲ੍ਹੇ ਵੀ ਨਹੀਂ ਬਣਨੇ। ਬਿਲਕੁਲ ਜੀ, ਆਮਦਨ ਹੋ ਜੂ, ਦੁੱਗਣੀ ਹੋ ਜੂ, ਕਿਸਾਨਾਂ ਦੀ ਹੋ ਜੂਗੀ, ਉਹਨਾਂ ਦੀ ਹੋ ਜੂ ਨਾ ਜਿਨ੍ਹਾਂ ਨੇ ਪਹਿਲਾਂ ਬਿਜ਼ਨਸ ਕੀਤੇ। ਆ ਜੀਓ ਦਾ ਕੌਣ ਮੁਕਾਬਲਾ ਕਰੂਗਾ? ਸਭ ਤੋਂ ਪਹਿਲਾਂ ਇਹ ਫੋਨ ਫ੍ਰੀ ਮਿਲਿਆ ਲੋਕਾਂ ਨੂੰ, ਇਹਦੇ ਵਿੱਚ ਬਹੁਤ ਘੱਟ ਕਾਸਟ ਤੇ ਇਹਦੀ ਆਦਤ ਪਾਈ ਗਈ। ਹੁਣ ਇਹਦਾ ਰੇਟ ਦੇਖ ਲਓ ਤੁਸੀਂ, ਉਹਨਾਂ ਤੋਂ ਵੀ ਉੱਪਰ ਚਲਾ ਗਿਆ। ਇਸੇ ਤਰ੍ਹਾਂ ਮੰਨ ਲੈਂਦੇ ਆ ਕਿ ਸਰਕਾਰ ਠੀਕ ਕਰ ਰਹੀ ਆ। ਮੈਨੂੰ ਕੋਈ ਫੈਸਲਾ ਤਾਂ ਦੱਸ ਦਿਓ 6-7 ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਜਨਤਾ ਦੇ ਲਈ ਕੀਤਾ ਹੋਵੇ, ਜੀ ਤੇ ਅਸੀਂ ਵਿਸ਼ਵਾਸ ਕਰਕੇ ਇਹ ਸੋਚ ਲਈਏ ਕਿ ਸਾਡੀ ਸਰਕਾਰ ਹੈ ਜਿਹੜੀ ਸਾਡੇ ਲਈ ਸੋਚ ਰਹੀ ਹੈ। ਅੱਜ ਤੱਕ ਦੇ ਰੂਪ ਦੇ ਵਿੱਚ ਇਹਨਾਂ ਨੇ ਪੰਜਾਬੀ ਭਾਸ਼ਾ ਨਾਲ ਇਹਨਾਂ ਨੂੰ ਕੀ ਸੀ, ਅਸੀਂ ਤਾਂ ਪੰਜਾਬੀ ਮਾਂ ਬੋਲੀ ਦੇ ਪੁੱਤ ਹਾਂ। ਜਦੋਂ ਸਾਡੇ ਘਰ ਤੇ ਕੋਈ ਅਟੈਕ ਕਰਦਾ ਸਾਨੂੰ ਤਾਂ ਗੁੱਸਾ ਵੀ ਆਉਂਦਾ ਤੇ ਸਾਨੂੰ ਦਿਲ ਨੂੰ ਦਰਦ ਵੀ ਹੁੰਦਾ ਹੈ। ਕਸ਼ਮੀਰ 'ਚੋਂ ਪੰਜਾਬੀ ਭਾਸ਼ਾ ਖਤਮ ਕਰਤੀ। ਅਸੀਂ ਸ਼ੋਅ ਕਰਦੇ ਹਾਂ ਜਾ ਕੇ ਉੱਥੇ, ਮੈਂ ਅਕਸਰ ਕਹਿੰਦਾ ਕਿ ਇੱਕ ਪੂਰੇ ਦਾ ਪੂਰਾ ਪੰਜਾਬ ਹੈ ਜਿਹੜਾ ਉਹ ਰਾਜਸਥਾਨ ਦੇ ਵਿੱਚ ਵਸਿਆ ਹੋਇਆ, ਉੱਥੋਂ ਪੰਜਾਬੀ ਬੋਲਦੇ ਹਾਂ, ਅਸੀਂ ਗਾਉਣ ਵੀ ਜਾਂਦੇ ਹਾਂ, ਉੱਥੇ ਸਾਡੇ ਸ਼ੋਅ ਲੱਗਦੇ ਆ, ਉੱਥੋਂ ਪੰਜਾਬੀ ਭਾਸ਼ਾ ਖਤਮ ਕਰਦੀ। ਇਹਨਾਂ ਨੂੰ ਪੰਜਾਬੀ ਭਾਸ਼ਾ ਨਾਲ ਜਦੋਂ ਕੁਰਬਾਨੀਆਂ ਦੇਣੀਆਂ ਹੁੰਦੀਆਂ ਤਾਂ ਉਦੋਂ ਅਸੀਂ ਪੰਜਾਬੀ ਲਿਖਦੇ ਹੁੰਦੇ ਹਾਂ, ਵਾਹ ਜੀ ਸਿੱਖ ਹੋ ਗਏ ਜੇ ਤੂੰ ਐਸੀ ਕੌਮ ਹੈ, ਮਾਰਸ਼ਲ ਕੌਮ ਹੈ। ਤੇ ਜਦੋਂ ਆਹ ਕੰਮ ਆ ਗਏ ਤਾਂ ਅਸੀਂ ਪੰਜਾਬੀ ਸਿੱਖ ਆਪਣੇ ਹੱਕ ਦੇ ਲਈ ਖੜੇ ਹੁੰਦੇ ਨੇ ਤਾਂ ਉਸਨੂੰ ਹੋਰ ਕੁਝ ਹੀ ਕਹਿ ਦਿੱਤਾ ਜਾਂਦਾ। ਹਾਂ, ਮਾਰਸ਼ਲ ਕੌਮ ਹੈ ਜੀ, ਇਹ ਤਾਂ ਛਾਤੀ 'ਚ ਗੋਲੀਆਂ, ਸਾਡੇ ਵਾਲੇ ਵੀ ਵਿਚਾਰੇ ਇਹੋ ਜਿਹੀ ਕੌਮ ਹੈ ਵੀ ਜਿੱਥੇ ਖੜ ਜੇ ਤਾਂ ਫਿਰ ਪਿੱਛੇ ਨਹੀਂ ਹਟਦੀ। ਤੇ ਅਸੀਂ ਵੀ ਜੀ ਡਟ ਕੇ, ਅਸੀਂ ਕਲਾਕਾਰ ਬਾਅਦ 'ਚ, ਅਸੀਂ ਪਹਿਲਾਂ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਹਾਂ, ਕਿਸਾਨਾਂ ਨਾਲ ਡਟ ਕੇ ਖੜਾਂਗੇ। ਬੜਾ ਘੱਟ ਦੇਖਣ ਨੂੰ ਮਿਲਿਆ ਹੈ ਕਿ ਇਹ ਸੋਸ਼ਲ ਇਸ਼ੂ ਹੈ, ਕਿਸਾਨਾਂ ਦਾ ਇਸ਼ੂ ਹੈ। ਹਾਲਾਂਕਿ ਕਿਸਾਨ ਨਾ ਰਿਹਾ ਤਾਂ ਕਿਸੇ ਨੇ ਨਹੀਂ ਰਹਿਣਾ, ਪਰ ਕਲਾਕਾਰ ਜਿਹੜੇ ਨੇ, ਖਾਸ ਤੌਰ ਤੇ ਜਿਹੜੇ ਗਾਇਕ ਨੇ, ਇਹ ਬੜਾ ਘੱਟ ਦੇਖਿਆ ਕਿ ਉਹ ਆਮ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਆਪਣਾ ਦਾ ਅਹਿਸਾਸ ਕਰਵਾਉਂਦੇ ਨੇ। ਜਾਂ ਪਿਛਲੇ ਕਈ ਦਹਾਕਿਆਂ ਦੇ ਵਿੱਚ ਚਲੇ ਜਾਈਏ, ਕਲਾਕਾਰਾਂ ਨੇ ਆਪਣੀ ਹੋਂਦ ਨਹੀਂ ਇਸ ਤਰ੍ਹਾਂ ਦਿਖਾਈ। ਨਹੀਂ, ਮੈਨੂੰ ਤਾਂ ਲੱਗਦਾ ਕਿ ਹੁਣ ਸਾਰੇ ਪੰਜਾਬ ਦੇ ਕਲਾਕਾਰ ਨੇ ਜਿਉਂ ਪਤਾ, ਕਿਉਂਕਿ ਸ਼ੁਰੂ ਦੇ ਵਿੱਚ ਸਾਨੂੰ ਵੀ ਇਸ ਆਰਡੀਨੈਂਸ ਬਾਰੇ ਪਤਾ ਨਹੀਂ ਸੀ, ਜਾਣਕਾਰੀ ਨਹੀਂ ਸੀ ਕੀ ਹੋ ਰਿਹਾ ਸੀ। ਜਦੋਂ ਮੀਡੀਆ ਰੌਲਾ ਪਿਆ, ਪੜ੍ਹੇ ਲਿਖੇ ਕਿਸਾਨ ਉਹਨਾਂ ਨੇ ਇਹਨੂੰ ਦੇਖਿਆ ਤੇ ਰੌਲਾ ਪਾਇਆ, ਅਸੀਂ ਵੀ ਫਿਰ ਇਹਦੇ ਬਾਰੇ ਸੋਚਿਆ ਕਿ ਇਹ ਮਾਰੂ ਨੀਤੀਆਂ ਨੇ। ਪਹਿਲਾਂ ਲੋਕਾਂ ਨੂੰ ਪੈਸੇ ਦੇ ਰੂਪ 'ਚ ਮੇਰਾ ਖਿਆਲ ਪ੍ਰੋਫਿਟ ਵੀ ਜ਼ਿਆਦਾ ਦਿੱਤਾ ਜਾਊਗਾ, ਪਰ ਬਾਅਦ 'ਚ ਜਿਹੜੇ ਸਰਕਾਰ ਹੈ ਉਹ ਆਪਣੇ ਹੱਥ ਖਿੱਚ ਲੂ। ਘੱਟੋ ਘੱਟ ਸਮਰਥਨ ਮੁੱਲ ਤੁਸੀਂ ਦੇਖ ਲਓ ਵੀ ਆਪਾਂ ਨੂੰ ਇੱਕ ਸਿਰਫ ਝੋਨੇ ਤੇ ਕਣਕ ਤੇ ਮਿਲਦਾ ਹੈ। ਮੱਕੀ ਦਾ 1800 ਰੱਖਿਆ ਹੋਇਆ ਇਹਨਾਂ ਨੇ, ਪਰ 600 ਨੂੰ ਮੱਕੀ ਜਿਹੜੀ ਆ ਰੋਲਦੀ ਫਿਰਦੀ ਹੈ। ਤੇ ਸਰਕਾਰ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਕਿਸਾਨਾਂ ਨੂੰ ਸਪੋਰਟ ਦੇਣ ਦੀ ਬਜਾਏ ਜੋ ਦੋ ਫਸਲਾਂ ਦੇ ਉੱਤੇ ਤੀ ਉਹ ਵੀ ਹੱਥ ਖਿੱਚ ਰਹੀ ਹੈ। ਕਹਿੰਦੇ ਕਿ ਕ੍ਰਾਂਤੀ ਲੈ ਕੇ ਆਵਾਂਗੇ ਅਸੀਂ ਇਸ ਬਿੱਲ ਤੋਂ ਬਾਅਦ, ਕਿਸਾਨਾਂ ਦੇ ਲਈ ਇੱਕ ਵੱਡੀ ਕ੍ਰਾਂਤੀ ਹੋਏਗੀ, ਇੱਕ ਖੁਸ਼ੀ ਦਾ ਜਿਹੜਾ ਅਹਿਸਾਸ ਕਿਸਾਨ ਨੂੰ ਬਾਅਦ ਦੇ ਵਿੱਚ ਹੋਏਗਾ, ਪਰ ਕਿਸਾਨ ਨੂੰ ਕਿਤੇ ਕ੍ਰਾਂਤੀ ਦਿਖਾਈ ਨਹੀਂ ਦੇ ਰਹੀ। ਬਿਲਕੁਲ ਜੀ, 6-7 ਸਾਲਾਂ ਦੇ ਵਿੱਚ ਕ੍ਰਾਂਤੀਆਂ ਹੀ ਆ ਰਹੀਆਂ ਨੇ, ਤੁਹਾਨੂੰ ਪਤਾ ਹੀ ਆ ਕਿੱਥੇ ਤੱਕ ਮਹਿੰਗਾਈ ਪਹੁੰਚ ਗਈ, ਉਹ ਕਰੋਨੇ ਦੀ ਭੇਟ ਚੜ ਗਈ ਜੀ, ਬਹਾਨਾ ਉਹ ਲੱਭ ਜਾਂਦਾ ਹੈ। ਤੇ ਕੋਈ ਵੀ ਐਸਾ ਫੈਸਲਾ ਨਹੀਂ ਜਿਹੜਾ ਗਰੀਬਾਂ ਨੂੰ ਰਾਹਤ। ਜੀਡੀਪੀ ਦੇਖ ਲਓ ਕਿੱਥੇ ਸੀ ਤੇ ਅੱਜ ਮਾਈਨਸ। ਬਿਲਕੁਲ ਜੀ, ਉਹ ਦੇਖ ਲਓ ਤੁਸੀਂ, ਕੁਝ ਉਦਾਹਰਨ ਦੇ ਦਿਓ ਵੀ ਅਸੀਂ ਆਹ ਕਰਤਾ, ਅਸੀਂ ਫੈਸਲਾ ਤੇ ਹੱਕ 'ਚ ਖੜਨ ਨੂੰ ਤਿਆਰ ਹਾਂ। ਸਾਡਾ ਭਰੋਸਾ ਹੀ ਉੱਠ ਚੁੱਕਿਆ ਜੀ। ਹੁਣ ਉੱਠਿਆ ਤਾਂ ਪਹਿਲਾਂ ਤੋਂ ਹੀ ਹੋਇਆ ਸੀ, ਪਰ ਆ ਜਿਹੜੀਆਂ ਨੀਤੀਆਂ ਲਾਗੂ ਕਰੀ ਜਾਂਦੇ ਨੇ, ਇਹ ਲੋਕਾਂ ਨੂੰ ਸੜਕਾਂ ਤੇ ਲਿਆਉਣ ਦਾ ਇੱਕ। ਨਰਿੰਦਰ ਮੋਦੀ ਪੰਜਾਬ ਵਿਰੋਧੀ ਦਾ ਨਾਰਾ ਵੀ ਵੱਜ ਰਿਹਾ। ਬਿਲਕੁਲ ਜੀ, ਅਸੀਂ ਵੀ ਲਾ ਰਹੇ ਹਾਂ। ਹਾਂਜੀ, ਸਮਰਥਨ ਕਰਦੇ ਹੋ ਨਰਿੰਦਰ ਮੋਦੀ ਪੰਜਾਬ ਵਿਰੋਧੀ ਨੂੰ? ਅਸੀਂ ਸਮਰਥਨ ਮੋਦੀ ਨੂੰ ਨਹੀਂ ਕਰਦੇ ਜੀ। ਮੋਦੀ ਨੇ ਤਾਂ ਸਾਰਾ ਕੁਝ ਖਤਮ ਕਰਤਾ। ਸਾਡੀ ਪੰਜਾਬੀ ਬੋਲੀ ਧਾਰਾ ਉੱਥੇ 370 ਵਾਲੀ ਹਟਾਉਣੀ ਸੀ, ਉੱਥੇ ਪੰਜਾਬੀ ਮਾਂ ਬੋਲੀ ਵੀ ਭੇਟ ਚਾੜਤੀ ਇਹਨਾਂ ਨੇ।
ਰਾਜਸਥਾਨ ਦੇ ਵਿੱਚ ਖਤਮ ਕਰਤੀ। ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਆ, ਅਸੀਂ ਸਰਕਾਰ ਦਾ, ਮੋਦੀ ਦਾ ਵਿਰੋਧ ਕਰਦੇ ਆ। ਅੱਜ ਇੱਕ ਆਖਰੀ ਸਵਾਲ ਹੈ ਮੇਰਾ। ਸਵੇਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਜਿਹੜੇ ਗਾਇਕ ਨੇ, ਕਲਾਕਾਰ ਨੇ, ਤਾਂ 2-3 ਦਿਨ ਚੀਕਣਗੇ, ਸਟੇਜਾਂ ਤੇ ਖੜ ਕੇ ਬੋਲਣਗੇ, ਉਸ ਤੋਂ ਬਾਅਦ ਇਹਨਾਂ ਨੇ ਘਰ ਬਹਿ ਜਾਣਾ, ਕਿਸਾਨ ਨੇ ਐਂਡ ਤੱਕ ਬੈਠੇ ਰਹਿਣਾ। ਬਿਲਕੁਲ ਜੀ, ਇਹ ਵੀ ਸਾਡਾ ਇੱਕ ਦੁਖਾਂਤ ਰਿਹਾ ਕਿ ਅਸੀਂ ਫੇਮ ਲੈਣ ਲਈ ਜ਼ਰੂਰ ਜਾਂਦੇ ਆ, ਪਰ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਦਾ ਦਿਲ ਉਹੋ ਜਿਹਾ ਹੋਊਗਾ। ਮੈਂ ਇਹੋ ਜਿਹੇ ਮੌਕੇ ਤੇ ਅਸੀਂ ਕੁਝ ਨਹੀਂ ਚਾਹੁੰਦੇ। ਗਾਣੇ ਬਾਬੇ ਦੀ ਕਿਰਪਾ ਬਹੁਤ ਹੈ ਹਨਾ, ਜਿਹਨੇ ਅੱਛੇ ਸੁਣਨੇ ਆ, ਜੋ ਸੁਣ ਲੈਂਦਾ ਹੈ। ਮੈਂ ਵੀ ਗਿਆ, ਪਟਿਆਲੇ ਗਿਆ, ਮੈਂ ਆਪਣੇ ਮੁੰਡਿਆਂ ਦੇ ਨਾਲ। ਮੈਂ ਕੋਈ ਸਟੇਜ ਤੇ ਬੋਲਣ ਲਈ ਨਹੀਂ ਗਿਆ, ਸਿਰਫ ਕਿਸਾਨਾਂ ਦੇ ਨਾਲ ਇੱਕ ਹੱਕ ਜਤਾਉਣ ਗਿਆ ਕਿ ਮੈਂ ਵੀ ਤੁਹਾਡੇ ਨਾਲ ਆ। ਸੋ ਉਸ ਰੂਪ ਦੇ ਵਿੱਚ ਕਿਸਾਨ ਆ ਰਹੇ ਨੇ। ਹਾਂ, ਗਾਣੇ ਕਿਹੋ ਜਿਹੇ ਗਾਉਂਦੇ ਉਹਦੇ ਵਿੱਚ ਤਾਂ ਪਤਾ ਨਹੀਂ, ਹੈ ਤਾਂ ਅਸੀਂ ਇਨਸਾਨ ਆ ਸਾਰੇ, ਉਹ ਲੱਗੇ ਹੋਏ ਆ ਜੀ। ਮੈਂ ਤਾਂ ਕਿਸੇ ਨੂੰ ਕਹੂੰਗਾ ਸਾਰੇ ਜਿਹੜੇ ਗਾਇਕ ਨੇ ਉਹ ਵੀ ਸੜਕਾਂ ਤੇ ਲਿਖਿਆ ਕਿਸਾਨਾਂ ਦੇ ਲਈ ਕੋਈ 17 ਲਿਖੀਆਂ ਨੇ ਕੀ 17 ਨਹੀਂ ਜੀ। ਮੇਰਾ ਗਾਣਾ ਹੁਣ ਇੱਕ ਹੋਰ ਰੁਝਾਨ ਹੁੰਦਾ ਕਿ ਇਹੋ ਜਿਹੇ ਮੌਕੇ ਤੇ ਗਾਣੇ ਬਹੁਤ ਆਉਂਦੇ ਆ। ਮੈਂ ਕਿਸਾਨਾਂ ਦੇ ਮੌਕੇ ਤੇ ਚੌਕੇ ਵੱਜਦੇ ਆਉਂਦੇ, ਪਰ ਮੈਂ ਇੱਕ ਗਾਣਾ ਗਾਇਆ। ਮੈਂ ਜਦੋਂ ਆਜ਼ਾਦੀ ਦਿਵਸ ਸੀਗਾ 15 ਅਗਸਤ ਨੂੰ, ਮੇਰਾ ਦਿਲ ਕਰਿਆ ਕਿ ਝੰਡੇ ਤਾਂ ਝੁੱਲ ਰਹੇ ਨੇ, ਕੀ ਉਹੀ ਜੀ ਆਜ਼ਾਦੀ ਹੈ ਜਿਹੜੀ ਆਮ ਲੋਕਾਂ ਨੂੰ ਮਿਲ ਗਈ, ਜਿਹੜੀ ਭਗਤ ਸਿੰਘ ਦੇ ਸੁਪਨਿਆਂ ਦੀ ਸੀ। ਉਹਦਾ ਗਾਣੇ ਦਾ ਨਾਂ ਰੱਖਿਆ ਮੈਂ ਆਜ਼ਾਦੀ। ਉਹ ਮੈਂ ਆਪਣੀ ਇੰਸਟਾਗ੍ਰਾਮ ਜਾਂ ਸੋਸ਼ਲ ਜੋ ਵੀ ਮੇਰੇ ਸਾਈਟਸ ਹੈਗੀਆਂ ਉਹ ਤੇ ਪਾਇਆ, ਪਰ ਉਹਦਾ ਮਿਊਜ਼ਿਕ ਰੈਡੀ ਨਹੀਂ ਹੋਇਆ ਸੀਗਾ ਤੇ ਮੈਂ ਇਸ ਕਰਕੇ ਡਿਲੇ ਕਰਤਾ। ਮੇਰੀ ਸੋਚ ਸੀ ਕਿ ਭਗਤ ਸਿੰਘ ਦੇ ਜਨਮ ਦਿਨ ਤੇ ਰਿਲੀਜ਼ ਕਰਾਂਗੇ, ਪਰ ਮੈਨੂੰ ਨਹੀਂ ਸੀ ਪਤਾ ਕਿ ਉਸ ਤੋਂ ਪਹਿਲਾਂ ਇਹ ਕਿਸਾਨ ਅੰਦੋਲਨ ਸ਼ੁਰੂ ਹੋ ਜੂ, ਇਹੋ ਜਿਹੇ ਬਿੱਲ ਪਾਸ ਹੋ ਜਾਣਗੇ। ਉਹ ਗਾਣਾ ਹੈ, ਉਹ ਕੱਲਾ ਕਿਸਾਨੀ ਤੇ ਨਹੀਂ, ਪੂਰੀ ਸਮੁੱਚੀ ਗਰੀਬੀ ਤੇ ਹੈ ਜੀ। ਦੇਸ਼ ਆਜ਼ਾਦ ਕਦੋਂ ਦਾ ਹੋਇਆ, ਅੱਜ ਕਿਸ ਮੋੜ ਤੇ ਆਣ ਖਲੋਇਆ, ਤੱਕਿਆ ਹਾਲ ਬੜਾ ਦਿਲ ਰੋਇਆ, ਅੱਖੀਆਂ ਨੇ ਤਾਂ ਭਰਨਾ ਸੀ। ਹੋ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ, ਇਸ ਆਜ਼ਾਦੀ ਲਈ ਕਿਉਂ ਵੀਰਿਆ ਫਾਂਸੀ ਚੜਨਾ ਸੀ। ਬਹੁਤ ਧੰਨਵਾਦ, ਬਹੁਤ ਖੂਬਸੂਰਤ ਇਹ ਤੁਸੀਂ ਲਾਈਨਾਂ ਜਿਹੜੀਆਂ ਗਾਈਆਂ ਨੇ ਕਿ ਭਗਤ ਸਿਆਂ ਇਸ ਆਜ਼ਾਦੀ ਲਈ ਕਿਉਂ ਲੜਨਾ ਸੀ। ਇਹ ਆਜ਼ਾਦ ਮੁਲਕ, ਅਸੀਂ ਆਪਣੇ ਆਪ ਨੂੰ ਆਜ਼ਾਦ ਮੁਲਕ ਦੇ ਵਾਸੀ ਦੱਸਦੇ ਹਾਂ, ਪਰ ਅੱਜ ਇਸ ਮੁਲਕ ਦੇ ਵਿੱਚ, ਇਸ ਧਰਤੀ ਤੇ ਕਿਸਾਨਾਂ ਦਾ ਕੀ ਹਾਲ ਹੋ ਰਿਹਾ, ਅੰਨਦਾਤੇ ਦਾ ਕੀ ਹਾਲ ਹੋ ਰਿਹਾ, ਉਹ ਤਸਵੀਰਾਂ ਝੰਜੋੜ ਕੇ ਰੱਖ ਦਿੰਦੀਆਂ ਨੇ। ਜਦੋਂ 90 ਸਾਲ ਦੇ ਅਣਖੀ ਬਜ਼ੁਰਗ ਲਾਠੀਆਂ ਲੈ ਕੇ ਧਰਨਿਆਂ ਦਾ ਹਿੱਸਾ ਬਣਦੇ ਨੇ, ਉਹਨਾਂ ਦੇ ਗੋਡੇ ਤੇ ਸੱਟਾਂ ਵੱਜੀਆਂ ਹੋਈਆਂ, ਉਹਨਾਂ ਦੇ ਮੱਥੇ ਤੇ ਸੱਟਾਂ ਵੱਜੀਆਂ ਹੋਈਆਂ, ਪਰ ਸਰਕਾਰਾਂ ਨੂੰ ਫੇਰ ਨਹੀਂ ਤਰਸ ਆਉਂਦਾ। ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਪ੍ਰਕਾਸ਼ ਸਿੰਘ ਜੱਸਾ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਨਾਭਾ। ਜਿਹੜੇ ਬੰਦੇ ਨੂੰ ਸੁਣਨਾ ਆ ਗਿਆ ਉਹਦੀ ਗੱਲ ਆਪਣੇ ਆਪ ਪਹੁੰਚ ਜਾਣੀ ਹੈ। ਜਿੰਨੀ ਦੇਰ ਅਸੀਂ ਸੁਣਿਆ ਨਹੀਂ ਕਿਸੇ ਨੂੰ, ਜੇ ਸੁਣਾਂਗੇ ਨਹੀਂ ਤੇ ਮੈਨੂੰ ਲੱਗਦਾ ਗੱਲ ਪਹੁੰਚਣੀ ਨਹੀਂ। ਆਪਾਂ ਕਿਸ ਮੁੱਦੇ ਲਈ ਇਕੱਠੇ ਹੋਏ ਆ। ਗਾਣੇ ਮੈਨੂੰ ਲੱਗਦਾ ਕਿ ਗਾਣੇ ਅਸੀਂ ਗਾਉਂਦੇ ਹੀ ਆ, ਗਾਉਂਦੇ ਆਏ ਹੀ ਆ, ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਲਾਕਾਰ ਕੋਈ ਵੱਖਰੀ ਕਮਿਊਨਿਟੀ ਨਹੀਂ ਆ ਕਿ ਕਲਾਕਾਰਾਂ ਨੂੰ ਦੁੱਖ ਨਹੀਂ। ਅਸੀਂ ਪਹਿਲੋਂ ਕਿਸਾਨਾਂ ਦੇ ਪੁੱਤ, ਅਸੀਂ ਆਪ ਆਪਣੇ ਹੱਥੀਂ ਵਾਢੀਆਂ ਕੀਤੀਆਂ, ਆਪ ਆਪਣੇ ਹੱਥੀਂ ਪਨੀਰੀਆਂ ਲਈਆਂ, ਆਪ ਆਪਣੇ ਹੱਥੀਂ ਬਰਸਨ ਵੱਢਿਆ, ਪੱਠੇ ਵੱਢੇ ਆ। ਅੱਜ ਵੀ ਸਾਡੇ ਕੋਲ ਜ਼ਮੀਨਾਂ ਆ, ਡੰਗਰ ਆ, ਸਾਰਾ ਕੁਝ ਸਾਡਾ ਖੇਤੀ ਦੇ ਨਿਰਭਰ ਆ। ਜਿੰਨੇ ਵੀ ਸਾਡੇ ਨਾਲ ਆਏ ਵੱਡੇ ਬਾਈ ਜੀ ਹਰਭਜਨ ਮਾਨ ਜੀ, ਕੁਲਵਿੰਦਰ ਬਿੱਲਾ ਵੀਰ, ਤਰਸੇਮ ਜੱਸੜ ਵੀਰ, ਰਵਨੀਤ, ਸ਼ਿਵਜੋਤ, ਜੋਬਨ ਸੰਧੂ, ਅਵਕਾਸ਼, ਚਮਕੌਰ ਖੱਟੜਾ ਵੀਰ, ਕਰਮਾ ਟਾਪਰ ਜੀ, ਸਾਰੇ ਸਾਡੇ ਵੀਰ ਇੱਥੇ ਪਹੁੰਚੇ ਆ। ਸਾਰੇ ਕਿਸਾਨਾਂ ਦੇ ਬੱਚੇ ਆ ਔਰ ਅੱਜ ਪੰਜਾਬ ਦੇ ਹਰ ਖੇਤਰ ਦੇ ਵਿੱਚ ਧਰਨਾ ਲੱਗਿਆ ਹੋਇਆ ਕਲਾਕਾਰਾਂ ਵੱਲੋਂ ਵੀ। ਸ਼ੰਭੂ ਬਾਰਡਰ ਦੇ ਉੱਤੇ ਵੀ ਲੱਗਿਆ, ਮਾਨਸੇ ਦੇ ਵਿੱਚ ਵੀ ਲੱਗਿਆ। ਸੋ ਪਹਿਲਾਂ ਤਾਂ ਬਹੁਤ ਧੰਨਵਾਦ ਕਿ ਸਾਡੀ ਜਿਹੜੀ ਇਹ ਗੱਲ ਕਲੀਅਰ ਹੋ ਗਈ, ਨਹੀਂ ਤਾਂ ਸਾਨੂੰ ਇਦਾਂ ਲੱਗ ਰਿਹਾ ਸੀ ਕਿ ਅਸੀਂ ਪਤਾ ਨਹੀਂ ਕਿੰਨੀ ਵੱਡੀ ਗਲਤੀ ਕਰਤੀ ਇੱਥੇ ਆ ਕੇ। ਕਿਉਂਕਿ ਬਾਈ ਜੀ ਅਸੀਂ ਜਦੋਂ ਘਰੇ ਹੁੰਦੇ ਆ, ਜਦੋਂ ਮੈਸੇਜ ਪੜ੍ਹਦੇ ਆ ਤੇ ਲੋਕ ਸਾਨੂੰ ਇਹੀ ਕਹਿੰਦੇ ਆ ਕਿ ਜਾਓ ਤੁਸੀਂ ਗਰਾਊਂਡ ਲੈਵਲ ਤੇ ਜਾਓ, ਪਹੁੰਚੋ, ਉੱਥੇ ਜਾ ਕੇ ਬੋਲਦੇ ਕਿਉਂ ਨਹੀਂ, ਘਰੇ ਨਾਰੇ ਮਾਰੀ ਜਾਂਦੇ ਹੋ। ਪਿਛਲੇ 14-15 ਦਿਨ ਤੋਂ ਅਸੀਂ ਲਗਾਤਾਰ ਲੱਗੇ ਆ। ਕੰਗਨਾ ਰਣਾਵਤ ਇੱਕ ਬਾਲੀਵੁੱਡ ਦੀ ਬਹੁਤ ਵੱਡੀ ਹੀਰੋਇਨ ਆ, ਉਹਨੇ ਟਵੀਟ ਕਰਕੇ ਕਿਹਾ ਕਿ ਜਿਹੜੇ ਹੱਕ ਮੰਗ ਰਹੇ ਆ ਲੋਕ ਅੱਤਵਾਦੀ ਆ। ਉਹਨੂੰ ਵੀ ਅਸੀਂ ਰੀਟਵੀਟ ਕੀਤਾ ਸੀਗਾ, ਕੋਈ ਅੱਤਵਾਦੀ ਨਹੀਂ ਆ। ਜਿਹੜੇ ਲੋਕ ਆਪਣੇ ਹੱਕ ਮੰਗਦੇ ਅੱਤਵਾਦੀ ਨਹੀਂ ਹੁੰਦੇ। ਅੱਤਵਾਦੀ ਤੂੰ ਵੇਖੇ ਹੀ ਨਹੀਂ ਅੱਤਵਾਦੀ ਕੌਣ ਹੁੰਦੇ ਆ। ਇਹ ਲੋਕ ਆਪਣੇ ਹੱਕਾਂ ਲਈ ਲੱਗੇ ਆ। ਔਰ ਜਿਹੜੇ ਬਿੱਲ ਪਾਸ ਹੋਏ ਆ, ਪਹਿਲਾਂ ਤਾਂ ਹੱਥ ਖੜੇ ਕਰੋ ਕਿ ਇਹ ਬਿੱਲ ਬਾਰੇ ਕਿਹਨੂੰ ਪਤਾ। ਜਿੰਨੇ ਮੇਰੇ ਵੀਰ ਇੱਥੇ ਨੌਜਵਾਨ ਆਏ ਆ, ਬਹੁਤ ਚੰਗੀ ਗੱਲ ਆ, ਬਹੁਤ ਵਧੀਆ, ਕਿਉਂਕਿ ਸਭ ਤੋਂ ਪਹਿਲਾਂ ਇਹ ਚੀਜ਼ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ। ਆਪਾਂ ਬੋਲ ਕੇ ਇਸ ਚੀਜ਼ ਲਈ ਰਹੇ ਆ ਔਰ ਮੈਂ ਇਹ ਵਿਸ਼ਵਾਸ ਦਿਵਾਉਣਾ, ਅਸੀਂ ਕਲਾਕਾਰੀ ਸਾਡੀ ਸਟੇਜ ਤੇ ਹੀ ਆ ਜਦੋਂ ਅਸੀਂ ਗਾਉਂਦੇ ਆ। ਉਸ ਤੋਂ ਇਲਾਵਾ ਅਸੀਂ ਜਿਹੜੇ ਆ, ਅਸੀਂ ਇੱਕ ਆਮ ਬੰਦੇ ਆ, ਆਮ ਇਨਸਾਨ ਆ। ਬਾਈ ਜੀ ਹੁਣੀ ਸਾਡੇ ਨਾਲ ਆਏ, ਸਾਰੇ ਸਾਡੇ ਮਨਾਂ ਦੇ ਵਿੱਚ ਵੀ ਉਹਨਾਂ ਹੀ ਦਰਦ ਆ ਜਿੰਨਾ ਤੁਹਾਡੇ ਆ, ਜਿੰਨਾ ਬਾਈ ਜੀ ਹੁਣੀ। ਇਹ ਜਥੇਬੰਦੀਆਂ ਜਿਹੜੀਆਂ ਹਮੇਸ਼ਾ ਜੰਗੀ ਪੱਧਰ ਤੇ ਇਹ ਗਰਾਊਂਡ ਲੈਵਲ ਤੇ ਆਈਆਂ। ਸੋ ਬੇਨਤੀ ਇਹ ਹੈ ਕਿ ਇਹਨਾਂ ਬਿੱਲਾਂ ਦਾ ਵਿਰੋਧ ਕਰੋ ਵੱਧ ਤੋਂ ਵੱਧ, ਕਿਉਂਕਿ
ਸਾਡਾ ਬਾਈ ਜੀ ਇੱਥੇ ਆਉਣ ਦਾ ਇੱਕ ਮਕਸਦ ਇਹ ਵੀ ਸੀਗਾ ਕਿ ਜੇ ਇੱਕ ਕਲਾਕਾਰ ਦੇ 100 ਮਿਲੀਅਨ 50 ਮਿਲੀਅਨ ਵਿਊ ਹੁੰਦੇ ਗਾਣੇ ਦੇ, ਉਹਨੂੰ ਦਿੱਲੀ ਬੰਬੇ ਸੁਣਿਆ ਜਾਂਦਾ, ਤੇ ਕਿਉਂ ਨਾ ਜਦੋਂ ਅਸੀਂ ਬੋਲੇ ਤੇ ਸਾਡੇ ਉਹ ਵੀ ਜਿਹੜਾ ਸਾਡਾ ਜਿਹੜੇ ਬੋਲ ਅਸੀਂ ਬੋਲਾਂਗੇ, ਜਿਹੜਾ ਅਸੀਂ ਬੋਲਾਂਗੇ ਵਿਰੁੱਧ ਬਿੱਲਾਂ ਦੇ, ਉਹ ਵੀ ਸਾਡਾ ਦਿੱਲੀ ਬੰਬੇ ਤੱਕ ਜਾਊਗਾ। ਔਰ ਜਦੋਂ ਕੋਈ ਕਲਾਕਾਰ ਬੋਲਦੇ ਆ ਕਿਸੇ ਜੀ ਬਾਬਾ ਬਹਿ ਜਾਓ ਸਾਰੇ ਬਹਿ ਜਾਓ, ਪਾਰਟੀ ਦਾ ਮਸਲਾ ਨਹੀਂ, ਇਹ ਪੰਜਾਬ ਦਾ ਮਸਲਾ ਆ। ਸੋ ਮੇਰੇ ਵੀਰ ਇਸ ਚੀਜ਼ ਤੋਂ ਉੱਪਰ ਉੱਠੋ, ਹੁਣ ਛੱਡ ਦਿਓ ਇਹਨਾਂ ਚੀਜ਼ਾਂ ਨੂੰ। ਪਾਰਟੀ ਬਾਜੀ ਪੰਜਾਬ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਵੰਡਿਆ ਪਿਆ, ਗੁਰਦੁਆਰਿਆਂ ਤੋਂ ਲੈ ਕੇ ਮੜੀਆਂ ਤੱਕ ਸਾਰਾ ਤੇ ਪੰਜਾਬ ਵੰਡਿਆ ਪਿਆ, ਸਾਰੇ ਪਿੰਡ ਵੰਡੇ ਪਏ ਆ। ਸੋ ਮੈਨੂੰ ਲੱਗਦਾ ਹੁਣ ਏਕੇ ਦੀ ਲੋੜ ਆ, ਏਕਾ ਕਰੋ ਔਰ ਪੰਜਾਬ ਨੂੰ ਬਚਾਓ, ਇਹਨਾਂ ਬਿੱਲਾਂ ਨੂੰ ਬਚਾਓ। ਜੇ ਕਿਸਾਨੀ ਆਪਣੇ ਹੱਥ ਨਾਲ ਰਹੀ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਜੱਟਾਂ ਦੇ ਪੁੱਤ ਆਪਣੀਆਂ ਵੱਟਾਂ ਦੇ ਕੰਮ ਕਰਨਗੇ। ਜਿੱਦਾਂ ਕਿ ਬਿਹਾਰ ਦੇ ਵਿੱਚ ਹੋਇਆ 2006 ਦੇ ਵਿੱਚ, ਉੱਥੇ MSP ਖਤਮ ਹੋ ਗਈ, APLC ਜਿਹੜਾ ਮੰਡੀਕਰਨ ਦਾ ਜਿਹੜਾ ਕਾਨੂੰਨ ਆ ਉਹ ਖਤਮ ਕਰ ਦਿੱਤਾ ਗਿਆ। ਔਰ ਤੁਸੀਂ ਅੱਜ ਦੇਖ ਲਓ ਬਿਹਾਰ ਦਾ ਕੀ ਆ, ਬਿਹਾਰ ਸਾਰਾ ਪੰਜਾਬ ਦੇ ਵਿੱਚ ਬੈਠਾ 2-2 3-3 ਕਿੱਲਿਆਂ ਵਾਲੇ ਜੱਟਾਂ ਦੇ ਕੋਲ ਉਹ ਪਈਏ ਕੰਮ ਕਰ ਰਹੇ ਆ। ਇਹੀ ਹਾਲ ਸਾਡਾ ਹੋਣਾ ਜੇ ਇੱਥੇ ਕਾਰਪੋਰੇਟ ਕੰਪਨੀਆਂ ਆ ਗਈਆਂ, ਕਾਰਪੋਰੇਟ ਕੰਪਨੀਆਂ ਦੇ ਹੱਥ ਜੇ ਸਾਡੀਆਂ ਜ਼ਮੀਨਾਂ ਆ ਗਈਆਂ ਤੇ ਵੀਰੇ ਉਹ ਦਿਨ ਦੂਰ ਨਹੀਂ ਕਰ ਲਈਏ। ਇਹਦੇ ਨਾਲ ਸਾਨੂੰ ਲੜਨਾ ਪੈਣਾ, ਇਹਦੇ ਨਾਲ ਸਾਨੂੰ ਨਜਿੱਠਣਾ ਪੈਣਾ। ਜਿੱਦਣ ਸਾਰਾ ਪੰਜਾਬ ਇੱਕ ਹੋ ਗਿਆ ਉਦੋਂ ਕਿਸੇ ਮਾਈ ਦੇ ਲਾਲਚ ਦਮ ਨਹੀਂ ਕਿ ਪੰਜਾਬ ਨੂੰ ਜੜ੍ਹਾਂ ਤੋਂ ਉਖਾੜ ਸਕੇ। ਬੇਸ਼ੱਕ ਤੁਸੀਂ ਸਿਕੰਦਰ ਦੇ ਵੇਲੇ ਤੋਂ ਲਾ ਲਓ ਜਾਂ ਅਬਦਾਲੀ ਦੇ ਵੇਲੇ ਤੋਂ ਲਾ ਲਓ, ਸਾਰੇ ਇੱਥੋਂ ਲੰਘ ਕੇ ਗਏ, ਬਥੇਰੇ ਇਹਨਾਂ ਨੂੰ ਭਜਾਇਆ ਪੰਜਾਬੀਆਂ ਨੇ। ਅੱਜ ਵੀ ਦੌਰ ਹੋਈ ਆ, ਬੇਸ਼ੱਕ ਕੁਰਸੀਆਂ ਬਦਲ ਗਈਆਂ, ਬੇਸ਼ੱਕ ਅਹੁਦੇ ਬਦਲ ਗਏ, ਪਰ ਜਿਹੜਾ ਜ਼ਾਲਮ ਆ, ਜ਼ਾਲਮ ਦੀ ਸੋਚ ਉਹੀ ਆ। ਔਰ ਦਿਨ ਉਹ ਵੀ ਦੂਰ ਨਹੀਂ ਜੇ ਅੱਜ ਇਹ ਬਿੱਲ ਪਾਸ ਹੋ ਗਿਆ, ਅੱਜ ਇਹਨਾਂ ਬਿੱਲਾਂ ਦੀ ਹਮਾਇਤ ਹੋ ਗਈ ਤਾਂ ਪੰਜਾਬੀ ਜਿਹੜੀ ਅਗਲਾ ਜਿਹੜਾ ਬਿੱਲ ਹੋਊਗਾ ਉਹ ਪੰਜਾਬੀ ਬੋਲੀ ਨੂੰ ਖਤਮ ਕੀਤਾ ਜਾਊਗਾ ਪੰਜਾਬ ਦੇ ਵਿੱਚੋਂ। ਜਿੱਦਾਂ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਇਹਨਾਂ ਨੇ ਪੰਜਾਬੀ ਬੋਲੀ ਖਤਮ ਕਰਤੀ, ਰਾਜਸਥਾਨ ਦੇ ਵਿੱਚ ਲੱਗੇ ਆ। ਸੋ ਮੇਰੇ ਵੀਰੋ ਡਟੇ ਰਹੋ। ਮੈਂ ਦੋ ਲੈਣਾ, ਮੈਨੂੰ ਲੱਗਦਾ ਹੁਣ ਗਾਣੇ ਵਾਲਾ ਮਾਹੌਲ ਤਾਂ ਹੈ ਨਹੀਂ ਕਿ ਅਸੀਂ ਇੱਥੇ ਗੀਤ ਗਾਈਏ, ਕਿਉਂਕਿ ਇਹ ਕੋਈ ਖੁਸ਼ੀ ਦਾ ਮਾਹੌਲ ਨਹੀਂ ਆ, ਪਰ ਫਿਰ ਵੀ ਮੈਂ ਦੋ ਲੈਣਾ, ਇੱਕ ਸਾਡਾ ਗੀਤ ਆ ਉਹਦੇ 'ਚ ਦੋ ਲੈਣਾ ਮੈਂ ਤੁਹਾਡੇ ਜ਼ਰੂਰ ਸਾਹਮਣੇ ਕਰ ਦੂੰ। ਪਹਿਲਾਂ ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਦੇ, ਸਾਰੇ ਵੀਰਾਂ ਦਾ, ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਆ, ਚੜ੍ਹਦੀ ਕਲਾ 'ਚ ਰਹੋ। ਕਿ ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨਹੀਂ, ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨਹੀਂ ਕੋਈ, ਜਿਵੇਂ ਆਪਣਾ ਹੀ ਨਹੀਂ। ਆ ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨਹੀਂ, ਪਾਣੀਆਂ ਦੇ ਮਸਲੇ ਤੇ ਬੋਲਦਾ ਨਹੀਂ ਕੋਈ, ਜਿਵੇਂ ਆਪਣਾ ਹੀ ਨਹੀਂ। ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ, ਇਹ ਸ਼ੌਂਕ ਕਿਕਰਾਂ ਦੇ ਬੂਟੇ ਦਾ। ਉਦਾਂ ਤੇ ਹੁਣੀ ਲੰਘ ਗਏ ਸੁਰੰਗਾਂ ਪੁੱਟ ਕੇ, ਆ ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ। ਦਾਦੇ ਹੁਣੀ ਲੰਘ ਗਏ ਸੁਰੰਗਾਂ ਪੁੱਟ ਕੇ, ਆ ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ। ਸੋ ਬੇਸਿਕਲੀ ਜਿਹੜਾ ਪੰਜਾਬ ਆ ਤੇ ਰੇਲਾਂ ਰੋਕ ਕੇ ਬੈਠੇ ਆ, ਬਹੁਤ ਦਿਨਾਂ ਦੇ ਧਰਨੇ ਲਾ ਰਹੇ ਆ। ਜਿਹੜੇ ਨੌਜਵਾਨ ਵੀਰ ਜਦੋਂ ਧਰਨਿਆਂ ਦੇ ਵਿੱਚ ਪਹੁੰਚਣ ਲੱਗੇ, ਨੌਜਵਾਨ ਵੀਰ ਰੋਸ ਮੁਜ਼ਾਹਰਿਆਂ ਦੇ ਵਿੱਚ ਪਹੁੰਚਣ ਲੱਗੇ, ਤਾਂ ਪੰਜਾਬ ਦਾ ਜਿਹੜਾ ਲੱਕ ਟੁੱਟਣੋਂ ਬਚੂਗਾ। ਇਸ ਚੀਜ਼ ਦਾ ਖਿਆਲ ਕਰਿਓ, ਨਸ਼ਿਆਂ ਨੂੰ ਦੂਰ ਕਰਕੇ ਪੰਜਾਬ ਲਈ, ਆਪਣੇ ਹੱਕਾਂ ਲਈ ਜਿੱਦਣ ਤੁਹਾਨੂੰ ਲੜਨਾ ਆ ਗਿਆ। ਔਰ ਮੈਂ ਹੋਰ ਬੇਨਤੀ ਕਰਦਾ ਕਿ ਕਲਾਕਾਰਾਂ ਪਿੱਛੇ ਲੜਨਾ, ਜਿਹੜਾ ਮੈਨੂੰ ਲੱਗਦਾ ਜਿੰਨੇ ਇੱਥੇ ਲੋਕ ਆਏ ਇਹਨਾਂ 'ਚੋਂ ਕੋਈ ਨਹੀਂ ਐਸਾ ਹੋਣਾ, ਕਿਉਂਕਿ ਉਹ ਦੂਰੋਂ ਦਿਖ ਜਾਂਦਾ ਬੰਦਾ ਜਿਹੜਾ ਹੁੱਲੜਬਾਜ਼ ਹੁੰਦਾ। ਇਸ ਚੀਜ਼ ਦਾ ਵੀ ਖਿਆਲ ਕਰੋ, ਜਿਹੜੇ ਤੁਹਾਡੇ ਛੋਟੇ ਵੀਰ ਜਾਂ ਤੁਹਾਡੇ ਆਲੇ ਦੁਆਲੇ ਜਿਹੜੇ ਵੀ ਵੀਰ ਇਸ ਚੀਜ਼ ਦੇ ਵਿੱਚ ਸ਼ਮੂਲੀਅਤ ਕਰਦੇ, ਉਹਦੇ ਪਿੱਛੇ ਕੁਝ ਨਹੀਂ ਪਿਆ। ਕਲਾਕਾਰ ਉਦੋਂ ਤੱਕ ਕਲਾਕਾਰ ਆ ਜਦੋਂ ਤੋਂ ਸਟੇਜ ਤੇ ਗਾ ਰਿਹਾ ਜਾਂ ਉਹਦੇ ਗਾਣੇ ਟੀਵੀ 'ਚ ਚੱਲ ਰਹੇ ਆ। ਵੈਸੇ ਉਹਨਾਂ ਨੂੰ ਨਾਰਮਲ ਰਹਿਣ ਦਿਓ, ਉਹਨਾਂ ਨੂੰ ਇਹਨਾਂ ਹੱਕਾਂ ਦੇ ਵਿੱਚ ਖੜਨ ਅੜਨ ਲੜਨ ਦਿਓ, ਔਰ ਉਹਨਾਂ ਨੂੰ ਇੰਨੀ ਹਵਾ ਨਾ ਦਿਓ ਇਹ ਉਹਨਾਂ ਦਾ ਆਪਦਾ ਦਿਮਾਗ ਖਰਾਬ ਹੋ ਜੇ। ਸੋ ਫਿਰ ਮੈਂ ਬੇਨਤੀ ਕਰਦਾ ਕਿ ਪੰਜਾਬ ਲਈ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਅਸੀਂ ਜਿੱਥੇ ਤੁਸੀਂ ਸਾਨੂੰ ਕਹੋਗੇ ਬਾਈ ਜੀ ਦੇ ਨਾਲ ਸਾਡੀ ਗੱਲ ਹੋਈ ਆ, ਅਸੀਂ ਹਮੇਸ਼ਾ ਤੁਹਾਡੇ ਨਾਲ ਖੜਾਂਗੇ। ਜੇ ਦਿੱਲੀ ਜਾਣਾ ਪਿਆ ਤਾਂ ਅਸੀਂ ਦਿੱਲੀ ਵੀ ਚਲੇ ਜਾਵਾਂਗੇ, ਕਿਉਂਕਿ ਪੰਜਾਬ ਸਾਡਾ ਆਪਣਾ ਹੈ, ਕਿਸਾਨੀ ਸਾਡੀ ਆਪਣੀ ਆ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀਆਂ ਬਹੁਤ ਸਤਿਕਾਰਯੋਗ ਧੀਆਂ ਭੈਣਾਂ ਬੱਚੀਆਂ ਨੌਜਵਾਨ ਵੀਰ, ਮੇਰੇ ਪਿਤਾ ਸਮਾਨ ਬਜ਼ੁਰਗ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਪਹੁੰਚੇ ਆ ਤੇ ਸਾਰੇ ਕਲਾਕਾਰ ਪਿਛਲੇ 15 ਦਿਨਾਂ ਤੋਂ ਰੌਲਾ ਪਾ ਰਹੇ ਆ ਤੁਹਾਡੇ ਨਾਲ ਰਲ ਕੇ ਆਪਣੇ ਸੋਸ਼ਲ ਮੀਡੀਆ ਤੇ, ਕਿਉਂਕਿ ਸਾਡੀ ਸ਼ੋਹਰਤਾਂ ਦੇ ਮਹਲ ਜਿਹੜੇ ਖੜੇ ਹੋਏ ਆ ਉਹ ਤੁਹਾਡੀ ਖੇਤੀ 'ਚੋਂ ਇਹ ਕਿਸਾਨੀ ਨੇ ਖੜੇ ਕੀਤੇ। ਰੱਬ ਨੂੰ ਜਾਨ ਦੇਣੀ ਆ,
ਅੱਜ ਕੋਈ ਇੱਕ ਵੀ ਕਲਾਕਾਰ ਇੱਥੇ ਕਲਾਕਾਰ ਬਣ ਕੇ ਆਇਆ ਹੋ। ਸਿਰਫ ਆ ਸਾਹਮਣੇ ਬੈਠੀਆਂ ਜੇ ਜੀ ਮੇਰੀ ਮਾਂ ਸੀ ਉਹ ਜਿਹੀਆਂ ਇਹ ਆ, ਤੇ ਸਿਰਫ 25 ਤਰੀਕ ਨਹੀਂ, ਜਿੰਨੀ ਦੇਰ ਇਹ ਮੋਰਚਾ ਚੱਲੂ, ਜਿੱਥੇ ਜਿੱਥੇ ਤੁਸੀਂ ਹੁਕਮ ਕਰੋਗੇ, ਸਿਰਫ ਔਰ ਸਿਰਫ ਕਿਸਾਨ ਦੇ ਪੁੱਤ ਬਣ ਕੇ ਅਸੀਂ ਉੱਥੇ ਪਹੁੰਚਾਂਗੇ। ਕਲਾਕਾਰ ਆ ਜਿਹੜੇ ਉਹ ਆਪਦੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਛੱਡ ਕੇ ਆਵਾਂਗੇ। ਤੁਹਾਡੇ ਨਾਲ ਇਹ ਵਾਅਦਾ ਕਰਦੇ ਅਸੀਂ ਇੱਥੇ ਖੜ ਕੇ। ਕੋਈ ਸਾਨੂੰ ਸਪੀਚਾਂ ਨਹੀਂ ਕਰਨੀਆਂ ਆਉਂਦੀਆਂ। ਜ਼ਿੰਦਾਬਾਦ। ਅਸੀਂ ਆਲੇ ਦੁਆਲਿਓਂ ਪਿਛਲੇ 4-5 ਦਿਨਾਂ ਤੋਂ ਸੱਚੀ ਗੱਲ ਆ ਯੂਨੀਅਨਾਂ ਦਾ, ਕਿਸਾਨ ਯੂਨੀਅਨਾਂ ਦਾ ਅਸੀਂ ਸੁਣਦੇ ਆਏ ਆ। ਮੈਨੂੰ ਕੋਈ ਡੰਗਾਈ 'ਚ ਪਤਾ ਨਹੀਂ ਕਿ ਕਿਹੜੀ ਮਗਰ ਤੁਰਿਆ ਜਾਵੇ। ਫਿਰ ਮੈਨੂੰ ਲੱਗਿਆ ਕਿ ਪੰਜਾਬੀ ਟ੍ਰਿਬਿਊਨ ਹਰ ਰੋਜ਼ ਮੈਂ ਪੜ੍ਹਦਾ, ਹਰ ਰੋਜ਼ ਉਹਨਾਂ ਦੀ ਵੇਲੇ ਦੀ ਗੱਲ ਸੁਣਦਾ, ਤੇ ਮੈਨੂੰ ਲੱਗਿਆ ਕਿ ਸਾਨੂੰ ਸਹੀ ਗਾਈਡ ਕਰਨਗੇ। ਮੈਂ ਚਰਨਜੀਤ ਭੁੱਲਰ, ਉਹ ਮੇਰੇ ਇਲਾਕੇ ਦੇ ਵੀ ਆ, ਬਠਿੰਡੇ ਜ਼ਿਲ੍ਹੇ ਦੇ। ਮੈਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ। ਉਹ ਕਹਿੰਦੇ ਤੁਸੀਂ ਨਾਭੇ ਜਾਓ ਜੇ ਜਾਣਾ ਤਾਂ। ਕਿਉਂਕਿ ਮੈਂ 4-5 ਦਿਨਾਂ ਤੋਂ ਇੱਕੋ ਗੱਲ ਸੁਣ ਰਿਹਾ, ਬਦਕਿਸਮਤੀ ਹੈ ਪੰਜਾਬ ਦੀ ਕਿ ਪੋਲੀਟੀਕਲ ਪਾਰਟੀਆਂ ਅੱਜ ਲੜ ਰਹੀਆਂ ਤਾਂ ਉਹ ਆਪਣੀ ਕੁਰਸੀ ਲਈ ਲੜ ਰਹੀਆਂ, 2022 ਲਈ ਲੜ ਰਹੀਆਂ, ਤੇ ਤੁਸੀਂ ਜਿਹੜੀ ਕਿਸਾਨ ਜਥੇਬੰਦੀਆਂ 31 ਤੁਸੀਂ ਕਿਸਾਨੀ ਲਈ ਲੜ ਰਹੀ ਹੋ। ਅਸੀਂ ਤਾਂ ਤੁਹਾਡੇ ਕੋਲੇ ਆਏ ਹਾਂ, ਅਸੀਂ ਉਹਨਾਂ ਮਗਰ ਨਹੀਂ ਗਏ। ਸੋ ਮੇਰੀ ਬੇਨਤੀ ਆ, ਸਾਨੂੰ ਕਲਾਕਾਰਾਂ ਨੂੰ ਆਪਦੇ ਪੁੱਤ, ਭਰਾ, ਵੀਰ, ਵੱਡੇ, ਚਾਚੇ, ਤਾਏ ਸਮਝੋ। ਅਸੀਂ ਜਿੱਥੋਂ ਤੱਕ, ਅਸੀਂ ਕੋਈ ਬੱਲੇ ਸ਼ਾਬਾਸ਼ੇ ਲਈ ਨਹੀਂ ਆਏ। ਜਿੱਥੋਂ ਤੱਕ ਤੁਸੀਂ ਤੁਰੋਗੇ ਅਸੀਂ ਤੁਹਾਡੇ ਪਿੱਛੇ, ਤੁਸੀਂ ਹੁਕਮ ਕਰੋਗੇ ਉਹ ਪਿੱਛੇ ਜਾ ਕੇ ਬਹਿ ਜਾਓ, ਅਸੀਂ ਉੱਥੇ ਜਾ ਕੇ ਬਹਿ ਜਾਵਾਂਗੇ। ਸੱਚੇ ਮਨੋਂ ਮੈਂ 77-78 ਚ ਕੈਨੇਡਾ ਜਾਣ ਤੋਂ ਪਹਿਲਾਂ ਆਪਦੇ ਪਿਓ ਨੂੰ ਖੇਤੀ ਕਰਦੇ ਨੂੰ ਵੇਖਿਆ, ਉਹਨੂੰ ਕਣਕਾਂ ਵੜਦੇ ਨੂੰ, ਕਣਕਾਂ ਕੱਢਦੇ ਨੂੰ ਮੈਂ ਦੇਖਿਆ। ਉਹਦੇ ਮੇਰੇ ਪੈਰਾਂ ਦੀਆਂ ਪਿਆਈਆਂ, ਮੇਰੇ ਦਾਦਿਆਂ ਦੀਆਂ, ਮੇਰੇ ਅੱਜ ਵੀ ਮੈਨੂੰ ਯਾਦ ਆ ਉਹ ਸੀਨ। ਸੋ ਸਾਡੀ ਬੇਨਤੀ ਆ, ਅਸੀਂ ਤੁਹਾਡੇ ਕੋਲ ਆਏ ਆ। ਤੁਸੀਂ ਸਾਨੂੰ ਰਾਜੇ ਬਣਾਇਆ, ਤੁਸੀਂ ਸਾਡੇ ਖਾੜੇ ਲਵਾਏ ਆ, ਤੁਹਾਡੀਆਂ ਖੁਸ਼ੀਆਂ 'ਚ ਆ ਕੇ ਨੱਚੇ ਆ, ਤੇ ਅੱਜ ਜਦ ਮੌਤ ਸਾਡੇ ਬੂਹਿਆਂ ਤੇ ਆ ਖੜੀ ਆ ਤੇ ਫਿਰ ਅਸੀਂ ਆਈਏ ਨਾ, ਕਿੱਥੇ ਜਾਈਏ ਫਿਰ? ਖਾਨ ਸਾਹਿਬ ਅਸੀਂ ਆਉਣਾ, ਇਹਨਾਂ ਮਜ਼ਾਰਿਆਂ 'ਚ ਆਉਣਾ, ਨਾ ਟੂਟ ਢੱਕ ਕੇ ਆ ਜਾਾਂਗੇ, ਪਰ ਅਸੀਂ ਆਵਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ, ਕਿਉਂਕਿ ਅਸੀਂ ਤੁਹਾਡੇ ਪੁੱਤ ਆ। ਮੇਰੀ ਗੁਜ਼ਾਰਿਸ਼ ਆ ਪੂਰੇ ਪੰਜਾਬ ਨੂੰ, ਨੌਜਵਾਨਾਂ ਨੂੰ, ਲੀਡਰਾਂ ਨੇ ਹਟਣਾ ਨਹੀਂ ਕਿ ਤੁਸੀਂ ਨਾ ਜਥੇ ਮੈਂ ਝੋਲੀ ਅੱਡ ਕੇ ਨੌਜਵਾਨ ਪਨੀਰੀ ਨੂੰ ਕਹਿਣਾ, ਇਹਨਾਂ ਮਗਰ ਲੱਗੋ। ਜੇ ਜਿੱਤ ਮਿਲੂ ਇਹਨਾਂ ਨੇ ਦਬਾਉਣੀ ਆ, ਲੀਡਰਾਂ ਨੇ ਤੁਹਾਨੂੰ ਵੇਚਣਾ। ਮੇਰੀ ਗੱਲ ਯਾਦ ਰੱਖਿਓ, ਇਹ ਕਾਨੂੰਨ ਖੁਦਾ ਨਾ ਖਾਸਤਾ ਇਹ ਨਾ ਹਟੇ, ਤੇ ਜਦੋਂ ਇੱਥੇ ਆਹ ਕੋਲਡ ਸਟੋਰ, ਉਹ ਖੇਤੀ ਮਹਿੰਗੀ ਜਦੋਂ ਉਹਨਾਂ ਦੀ ਸਰਮਾਏਦਾਰਾਂ ਦੀ ਆ ਗਈ, ਮੈਂ ਗੌੜਾ ਛੱਡ ਕੇ ਘਰੇ ਬਹਿ ਜੂ, ਉਹਨਾਂ ਵਿੱਚ ਹਿੱਸੇਦਾਰੀ ਇਹਨਾਂ ਲੀਡਰਾਂ ਦੀ ਹੋਊਗੀ। ਸੋ ਤੁਹਾਡੀ ਖਾਤਰ ਕੋਈ ਲੜ ਸਕਦਾ, ਸਿਰਫ ਇਹਨਾਂ ਨੇ ਲੜਨਾ। ਮੇਰੀ ਗੱਲ ਯਾਦ ਰੱਖਿਓ, ਮੈਂ ਕੋਈ ਸਪੀਚ ਦੇਣ ਨਹੀਂ, ਮੈਂ ਕੋਈ ਲੀਡਰ ਨਹੀਂ। ਸਾਰੀ ਉਮਰ ਗਾਇਆ, ਤੇ ਗਾਇਆ ਉਹ ਆ ਜਿਹੜੀ ਮੈਂ ਗਾਣਾ ਪਹਿਲਾਂ ਆਪਦੀ ਮਾਂ ਵਿੱਚ ਬੈਠ ਕੇ ਨਹੀਂ ਮੈਂ ਆਪਦਾ ਗਾ ਸਕਦਾ। ਮਾਂ ਤਾਂ ਮਰ ਗਈ ਮੇਰੀ 77 ਚ, 3 ਭੈਣਾਂ, ਮੇਰੇ ਇੱਕ ਬੇਟੀ ਹੈ। ਜੇ ਮੈਂ ਉਹਨਾਂ ਵਿੱਚ ਬੈਠ ਕੇ ਨਹੀਂ ਗਾ ਸਕਦਾ, ਮੈਂ ਹੀ ਨਹੀਂ ਗਾਇਆ। ਅੱਗੋਂ ਵੀ ਜੋ ਗਾਵਾਂਗੇ, ਵੱਡੇ ਹੋਈਏ ਛੋਟੇ ਹੋਈਏ ਰਹੀਏ, ਚੜ ਜਗੇ ਨਾ ਚੜ ਜਗੇ, ਤੁਹਾਡੇ ਗਾਣੇ, ਤੁਹਾਡੇ ਦੁੱਖ ਦਰਦ, ਤੁਹਾਡੀਆਂ ਖੁਸ਼ੀਆਂ ਗਾਵਾਂਗੇ, ਤੁਹਾਡੇ ਨਾਲ। ਤੇ 25 ਤੋਂ ਬਾਅਦ ਵੀ ਗਾਂ ਤੋਂ ਅਸੀਂ ਕੋਈ ਕੁਤਾਹੀ ਸਾਥੋਂ ਅਸੀਂ ਤੁਹਾਨੂੰ ਦੱਸ ਕੇ ਆਵਾਂਗੇ ਕਿ ਦੱਸੋ ਜੀ ਕਿੱਥੇ ਡਿਊਟੀ ਲਾਉਣੀ, ਅਸੀਂ ਉੱਥੇ ਜਾਵਾਂਗੇ ਤੁਹਾਡੇ ਨਾਲ। ਤੁਹਾਡੇ ਚਰਨਾਂ ਦੇ, ਤੁਹਾਡੇ ਪੈਰਾਂ ਦੇ ਅਸੀਂ ਮਿੱਟੀ ਆ, ਤੁਸੀਂ ਸਾਨੂੰ ਬਣਾਇਆ। ਸੋ ਬਹੁਤ ਧੰਨਵਾਦ, ਤੁਸੀਂ ਸਾਡੇ ਆਇਆਂ ਦੀ ਇੰਨੀ ਕੁ ਹਾਜ਼ਰੀ ਤੁਸੀਂ ਕਬੂਲੀ ਹੈ। ਅਸੀਂ ਕੋਈ ਹੁੱਲੜਬਾਜ਼ੀ, 10 ਦਿਨਾਂ ਤੋਂ ਅਸੀਂ ਫੇਸਬੁੱਕ ਤੇ ਹੀ ਲਿਖ ਰਹੇ ਹਾਂ ਕਿ ਹੁੱਲੜਬਾਜ਼ੀ ਨਾ ਕਰਿਓ। ਹੁੱਲੜਬਾਜ਼ੀਆਂ ਕਦੇ ਜੇਤੂ ਨਹੀਂ ਹੋ ਸਕਦੀ।
ਜਿੱਤ ਦੇ ਕਦੇ ਝੰਡੇ ਨਹੀਂ ਘਟ ਸਕਦੀਆਂ। ਸ਼ਾਂਤ ਰਹੋ। 80-90 ਚ ਅਸੀਂ ਬਹੁਤ ਪੰਜਾਬ ਦੀ ਜਵਾਨੀ ਮਰਵਾ ਲਈ, ਤੁਹਾਨੂੰ ਬਹੁਤ ਉਂਗਲਾਂ ਲਾਉਣਗੇ। ਸ਼ਾਂਤਮਈ ਸੰਘਰਸ਼ ਕਿਸਾਨਾਂ, ਡੰਡੇ ਪੈਣ, ਮਾਰਨ, ਕੁੱਟਣ। ਤੁਸੀਂ ਤਾਂ ਵੈਸੇ ਬਹੁਤ ਤਕੜੇ ਹੋ, ਤੁਹਾਨੂੰ ਮੈਂ ਕੌਣ ਸਮਝਾਉਣ ਵਾਲਾ, ਤੁਸੀਂ ਤਾਂ ਸਾਰਾ ਉਮਰ ਡੰਡੇ ਹੀ ਖਾਦੇ ਹੈ। ਪਰ ਮੈਂ ਨੌਜਵਾਨਾਂ ਨੂੰ, ਜਿਉਂ ਦਿਨੋਂ ਦਿਨ ਤੁਸੀਂ ਜੁੜੋਗੇ ਇਸ ਲਹਿਰ ਦੇ ਨਾਲ, ਕੋਈ ਗਲਤ ਕੰਮ ਨਹੀਂ ਕਰਨਾਗਾ ਜਿਹਦਾ ਬਾਅਦ ਚ ਪਛਤਾਉਣਾ ਪਵੇ। ਸੋ ਬਹੁਤ ਤੁਹਾਡੀ ਮਿਹਰਬਾਨੀ। ਕੋਈ ਜਜ਼ਬਾਤੀ ਹੋਇਆ, ਮੈਂ ਵੱਧ ਘੱਟ ਬੋਲ ਗਿਆ ਹੋਵਾਂ, ਤੁਹਾਡੇ ਨਾਲ ਰਵਾਂਗੇ। 2 ਲੈਣਾ ਹੁਕਮ ਹੋਇਆ ਮੈਂ ਗਾਉਣ ਦਾ। ਜੋਬਨ ਸੰਧੂ, ਸ਼ਿਵਜੋਤ ਹੋਰੀ, ਚਮਕੌਰ ਹੋਰੀ, ਮੇਰਾ ਬੇਟਾ ਆਕਾਸ਼ਮਾਨ, ਉਹ ਵੀ ਨਾਲ ਆਇਆ। ਅਸੀਂ ਸਾਰੇ ਨਾਲ ਆ ਤੁਹਾਡੇ। ਇੱਕੋ ਗੱਲ ਮੈਂ ਜਾਣਦਾ ਕਿ ਚੱਲ ਕੇ ਖੁਦ ਆਪ ਬਣਾਉਣਾ, ਚੱਲ ਕੇ ਖੁਦ ਆਪ ਬਣਾਉਣਾ। ਓਏ ਪੈਂਦਾ ਏ ਰਾਮਾਂ ਨੂੰ ਕਿਹੜਾ ਬੰਨ ਮਾਰੂ ਯਾਰੋ, ਇਹ ਵਗਦਿਆਂ ਦਰਿਆਵਾਂ ਨੂੰ ਕਿਹੜਾ ਬੰਨ ਮਾਰੂ ਯਾਰੋ। ਓਏ ਵਗਦਿਆਂ ਦਰਿਆਵਾਂ ਨੂੰ ਕਿਹੜਾ ਬੰਨ ਮਾਰੂ ਯਾਰੋ। ਸੋ ਸਾਡੀ ਹਾਜ਼ਰੀ ਕਬੂਲਿਓ। ਇਸੇ ਤਰ੍ਹਾਂ ਇਹ ਧਰਨਾ ਚੱਲਣਾ, ਇਹ ਅੱਜ ਨਹੀਂ, ਲੰਮਾ ਸਮਾਂ ਚੱਲਣਾ। ਅਸੀਂ ਤੁਹਾਡੇ ਨਾਲ। ਪ੍ਰੈਸ ਵਾਲੇ ਭਰਾਵਾਂ ਨੂੰ ਇੱਕ ਪਾਸੇ ਤੁਸੀਂ ਸੈੱਟ ਕਰ ਲਓ, ਉੱਥੇ ਅਸੀਂ ਸਾਰੇ ਤੁਹਾਨੂੰ ਬਾਈਟ ਵੀ ਦੇ ਦਿੰਦੇ। ਬੈਕ ਤੇ ਮਾਹੌਲ ਨਾ ਖਰਾਬ ਕਰੋ। ਮਿਹਨਤ ਆ, ਇਹ ਜ਼ਿੰਦਗੀ ਮੌਤ ਦੀ ਲੜਾਈ ਆ। ਇੱਕ ਵਾਰ ਫੇਰ ਤੁਹਾਡਾ ਸਭ। ਤੇ ਇਸ ਵੇਲੇ ਗੀਤਕਾਰ ਮੱਟ ਸ਼ੇਰੋਵਾਲਾ ਸਾਡੇ ਨਾਲ ਨੇ ਤੇ ਹਮੇਸ਼ਾ ਹੀ ਇਹ ਕਿਸਾਨੀ ਦੀ ਗੱਲ ਕਰਦੇ ਆਏ ਨੇ, ਮਜ਼ਲੂਮਾਂ ਦੀ ਗੱਲ ਕਰਦੇ ਆਏ ਨੇ, ਮਜ਼ਦੂਰਾਂ ਦੀ ਗੱਲ ਕਰਦੇ ਆਏ ਨੇ। ਮੱਟ ਸ਼ੇਰੋਵਾਲ ਸਾਹਿਬ, ਬਹੁਤ ਵਾਰ ਕਿਹਾ ਜਾਂਦਾ ਹੈ ਕਿ ਮੰਡੀਰ ਸਿਰਫ ਗੀਤ ਸੁਣਦੀ ਹੈ, ਪਰ ਅੱਜ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਕਿ ਮੰਡੀਰ ਨਹੀਂ, ਪੰਜਾਬ ਦਾ ਨੌਜਵਾਨ ਅੱਜ ਜਵਾਬ ਦੇਊਗਾ। ਬਿਲਕੁਲ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਤੇ ਧੰਨਵਾਦ ਹੈ ਸਾਰੇ ਨੌਜਵਾਨਾਂ ਦਾ। ਮੰਡੀਰ ਨਹੀਂ, ਇਹ ਵਾਕਈ ਨੌਜਵਾਨ ਨੇ। ਇਹ ਉਹੀ ਨੌਜਵਾਨ ਨੇ, ਇਹਨਾਂ ਚੋਂ ਨਿਕਲੇ ਹੋਏ ਉਦਮ ਸਿੰਘ ਹੋਰੀ, ਭਗਤ ਸਿੰਘ ਹੋਰੀ, ਇਹਨਾਂ ਚੋਂ ਨਿਕਲੇ ਨੇ। ਤੇ ਇਹੀ ਉਹੀ ਨੇ ਜਿਹੜੇ ਕ੍ਰਾਂਤੀ ਲੈ ਕੇ ਆਉਂਦੇ ਨੇ। ਇਹ ਇਹਨਾਂ ਦਾ ਨਵਾਂ ਖੂਨ ਹੈ। ਤੇ ਜਦੋਂ ਇਹਨਾਂ ਦੇ ਬਾਪੂ ਦੇ ਮੋਢਿਆਂ ਤੇ ਡਾਂਗ ਵੱਜਦੀ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਚੀਸ ਪੈਂਦੀ ਹੈ। ਕਿਉਂਕਿ ਅੱਜ ਤੱਕ ਕਹੀ ਜਾਂਦੇ ਸੀਗੇ ਕਿ ਬਜ਼ੁਰਗ ਹੀ ਮੂਹਰੇ ਆ ਰਹੇ ਨੇ, ਬਜ਼ੁਰਗ ਮੂਹਰੇ ਆ ਰਹੇ ਨੇ। ਸਾਰਿਆਂ ਨੇ ਅਪੀਲ ਕੀਤੀ ਕਿ ਨੌਜਵਾਨ ਵੀ ਅੱਗੇ ਆਉਣ। ਬਿਲਕੁਲ ਜੀ, ਬਿਲਕੁਲ। ਮੈਂ ਤਾਂ ਇਹ ਕਹਿੰਦਾ ਕਿ ਸਾਡੇ ਚੋਂ ਕਲਾਕਾਰ, ਗੀਤਕਾਰ ਜੇ ਕੱਢਿਆ ਜਾਵੇ ਤਾਂ ਸਾਡੇ ਚੋਂ ਇੱਕ ਕਿਸਾਨ ਦਾ ਪੁੱਤ ਬਚਦਾ ਹੀ ਹੈ। ਤੇ ਸਾਡੇ ਚ ਕਿਸਾਨ ਦਾ ਪੁੱਤ ਜਾਗਦਾ ਹੈ ਤੇ ਜਾਗਦਾ ਰਹੂਗਾ। ਖੜਾ ਸੀ ਤੇ ਖੜਾਂਗਾ ਕਿਸਾਨ ਨਾਲ। ਮੈਂ ਇਹ ਗੱਲ ਕਹਿੰਦਾ ਪੂਰੇ ਮਾਣ ਨਾਲ। ਮੈਂ ਦੇਖੋ ਜੀ, ਕਿਸਾਨ ਦੇ ਖੇਤ ਚੋਂ ਨਿਕਲਿਆ ਹੋਇਆ ਇੱਕ ਦਾਣਾ, ਉਹ ਪਤਾ ਨਹੀਂ ਬ੍ਰੈਡ ਦਾ ਰੂਪ, ਨਾਨ ਦਾ ਰੂਪ, ਪਰੌਂਠਿਆਂ ਦਾ ਰੂਪ, ਰੋਟੀ ਦਾ ਰੂਪ ਲੈਂਦਾ ਹੈ। ਤੇ ਹਰ ਗੱਲ ਹੀ ਕਿਸਾਨ ਦੇ ਖੇਤੋਂ ਸ਼ੁਰੂ ਹੁੰਦੀ ਹੈ, ਵੱਡੇ ਵੱਡੇ ਕਾਰੋਬਾਰ। ਤੇ ਦੂਜੀ ਗੱਲ ਮੈਂ ਤਾਂ ਇਹ ਵੀ ਕਹਿੰਦਾ ਕਿ ਅੱਜ ਨੌਜਵਾਨ ਸਾਰੇ ਸੁਣਦੇ ਆ ਵੀ ਇਹ ਸਿਰਫ ਤੇ ਸਿਰਫ ਸਾਡੀ ਵੋਟ ਦਾ ਖੋਟ ਹੈ। ਇਹ ਸਿਰਫ ਤੇ ਸਿਰਫ ਸਾਡੀ ਵੋਟ ਦਾ ਖੋਟ ਹੈ। ਜਿਹੜਾ ਮੋਦੀ ਦੇ ਹੱਥ ਫੜਾਇਆ ਹੋਇਆ ਆਪਣੀ ਰਿਮੋਟ ਹੈ, ਸਿਰਫ ਤੇ ਸਿਰਫ ਸਾਡੀ ਵੋਟ ਦਾ ਖੋਟ ਹੈ। ਇਹੀ ਵੋਟ ਜੇ ਕਿਸੇ ਚੰਗੀ ਥਾਂ ਤੇ ਪਾਈ ਹੁੰਦੀ, ਜਦੋਂ ਬੰਦਾ ਦਾਰੂ ਦੀ ਬੋਤਲ ਦੇਣ ਆਇਆ ਸੀ ਨਾ, ਉਹਦੀ ਬੋਤਲ ਪਰੇ ਭਗਾਈ ਹੁੰਦੀ। ਸਿਸਟਮ ਖਰਾਬ ਅਸੀਂ ਸਾਰਿਆਂ ਨੇ ਲਾਈ ਹੋਈ ਹੈ। ਪਰ ਕਿਸੇ ਨੇ ਐਮਐਲਏ ਨਾਲ, ਕਿਸੇ ਨੇ ਐਮਪੀ ਨਾਲ, ਕਿਸੇ ਮੁੱਖ ਮੰਤਰੀ ਨਾਲ ਉਹਦੇ ਮੋਢਿਆਂ ਤੇ ਚੜ੍ਹ ਕੇ ਫੋਟੋ ਖਿਚਾਈ ਹੋਈ ਹੈ। ਅਸੀਂ ਉਹੀ ਆ ਜੋ ਵੋਟਾਂ ਵੇਲੇ ਕਹਿੰਦੇ ਆ ਕਿ ਦਬੀ ਨਾ ਤੈਨੂੰ ਫੁੱਲ ਸਪੋਰਟ ਹੈ। ਇਹ ਸਿਰਫ ਤੇ ਸਿਰਫ ਸਾਡੀ ਵੋਟ ਦਾ ਖੋਟ ਹੈ। ਤੇ ਅੱਜ ਨੌਜਵਾਨਾਂ ਨੂੰ ਆਪਾਂ ਇਹ ਵੀ ਕਹਿਣਾ ਹੈ ਕਿ ਸੀਸੇ ਮੂਰੇ ਖੜ ਕੇ ਜਾਇਆ ਕਰੋ ਜਦੋਂ ਵੋਟ ਪਾਉਣ ਜਾਂਦੇ ਨੂੰ, ਕਿ ਵਾਕਈ ਯਾਰ ਆ ਮੇਰੀ ਵੋਟ ਕਿਤੇ ਵਿਅਰਥ ਨਾ ਜਾਵੇ, ਨਾ ਖਰਾਬ ਨਾ ਹੋ ਜੇ। ਅੱਜ ਕੀ ਸੰਦੇਸ਼ ਕੀ ਜਾਊਗਾ ਇਸ ਧਰਤੀ ਤੋਂ, ਖਾਸ ਕਰ ਕੇਂਦਰ ਦੀ ਸਰਕਾਰ ਨੂੰ, ਕਿਉਂਕਿ ਲੜਾਈ ਇਸ ਵੇਲੇ ਦਿੱਲੀ ਨਾਲ ਆ ਪੰਜਾਬ ਦੀ। ਬਿਲਕੁਲ ਜੀ, ਬਿਲਕੁਲ। ਕਹਿੰਦੇ ਜਦੋਂ ਕੋਈ ਜ਼ਿਆਦਾ ਅੱਤ ਚੱਕ ਲਵੇ ਨਾ ਤੇ ਫਿਰ ਅੱਤ ਤੋਂ ਵੱਧ ਕਰਨਾ ਪੈਂਦਾ, ਜਾਨੀ ਅੱਤ ਵੱਧਦੀ ਫਿਰ ਬੰਦਾ ਬਣਦਾ। ਕਿ ਸਾਡੇ ਜੱਟ ਦੇ ਮੋਢਿਆਂ ਤੇ ਕਹੀ ਰਹਿਣ ਦੋ ਆ ਗਈ, ਜੇ ਬੰਦੂਕ ਤਾੜ ਹੋਊਗੀ ਫਿਰ ਤੁਸੀਂ ਕਹਿਣਾ ਸੀ ਬਾਗੀ ਹੋ ਗਏ, ਤੁਹਾਡੀ ਰਾਜਨੀਤੀ ਜ਼ਿੰਮੇਵਾਰ ਹੋਊਗੀ। ਨਿੱਤ ਜੈਮ ਲਾ ਕੇ ਜੋ ਬ੍ਰੈਡ ਖਾਂਦੇ ਨੇ, ਕਾਹਤੋਂ ਭੁੱਲ ਗਏ ਕਿਸਾਨ ਦੇ ਖੇਤਾਂ 'ਚ ਜਾਂਦੇ ਨੇ। ਜਿਹੜੀ ਰੋਟੀ ਖਾਂਦੀ, ਜਿਹੜਾ ਰੋਟੀ ਦੇਵੇ ਉਹਦੀ ਰੋਟੀ ਖਾਂਦੀ ਆ, ਤੋਂ ਬੁਰੀ ਕਿਹੜੀ ਸਰਕਾਰ ਹੋਊਗੀ। ਜੱਟ ਦੇ ਮੋਢਿਆਂ ਤੇ ਕਹੀ ਰਹਿਣ ਦੋ ਆ ਗਈ, ਜੇ ਬੰਦੂਕ ਤਾੜ ਹੋਊਗੀ ਫਿਰ ਤੁਸੀਂ ਕਹਿਣਾ ਅਸੀਂ ਬਾਗੀ ਹੋ ਗਏ, ਤੁਹਾਡੀ ਰਾਜਨੀਤੀ ਜ਼ਿੰਮੇਵਾਰ ਹੋਊਗੀ। ਕੱਲੇ ਪਾਣੀ ਦੇ ਨਹੀਂ ਵਗਣੇ ਲਹੂ ਦੇ ਖਾਲ ਹੋਏ, ਸਿੱਧੀ ਧਮਕੀ ਹੈ। ਕੱਲੇ ਪਾਣੀ ਦੇ ਨਹੀਂ ਵਗਣੇ ਲਹੂ ਦੇ ਖਾਲ ਹੋਏ। ਏਦਾਂ ਧੱਕਾ ਕਰਦੇ ਰਹੇ ਜੇ ਸਾਡੇ ਨਾਲ ਹੋਏ। ਕੱਲੇ ਨਹੀਂ ਮਰਦੇ, ਨਾਲ ਲੈ ਕੇ ਮਰਾਂਗੇ। ਅਸੀਂ ਕੱਲੇ ਨਹੀਂ ਮਰਦੇ, ਨਾਲ ਲੈ ਕੇ ਮਰਾਂਗੇ। ਜਦੋਂ ਗੱਲ ਸਾਡੇ ਵੱਸੋਂ ਬਾਹਰ ਹੋਊਗੀ, ਜੱਟ ਦੇ ਮੋਢਿਆਂ ਤੇ ਕਹੀ ਰਹਿਣ ਦੋ ਆ ਗਈ, ਜੇ ਬੰਦੂਕ ਤਾੜ ਹੋਊਗੀ। ਨਾ ਤਾਂ ਇਹ ਸਿਆਸੀ ਬੁਲਾਰੇ ਆਪਣੀ ਕਿਰਤ ਦੀ ਕਮਾਈ ਕਰਦੇ ਆ। ਕਨਵਰ ਗਰੇਵਾਲ ਸਾਡੇ ਨਾਲ ਨੇ। ਬਾਈ ਸਪੀਚਾਂ ਨਹੀਂ ਦਿੱਤੀਆਂ ਤੁਸੀਂ, ਜ਼ਿੰਦਗੀ 'ਚ ਕਿਰਤ ਦੀ ਕਮਾਈ ਆ, ਖਾੜੇ ਜ਼ਰੂਰ ਲਾਉਣੇ ਹੋ, ਪਰ ਅੱਜ ਸਮਾਂ ਆ ਗਿਆ ਲੋਕਾਂ ਨੂੰ ਇਹ ਦੱਸਣ ਦਾ ਕਿ ਅਸੀਂ ਇੱਕ ਹੋਵਾਂਗੇ ਤਾਂ ਬਚਾਂਗੇ। ਜੀ ਬਿਲਕੁਲ ਬਾਈ ਜੀ,
ਔਰ ਜੇ ਹੁਣ ਨਾ ਬੋਲੇ ਤਾਂ ਫਿਰ ਕਦੋਂ ਬੋਲਾਂਗੇ। ਮੈਨੂੰ ਲੱਗਦਾ ਇਸ ਤੋਂ ਬਾਅਦ ਸਾਡੇ ਕੋਲ ਰਹਿ ਵੀ ਕੁਝ ਨਹੀਂ ਜਾਣਾ। ਮੈਂ ਖੇਤੀ ਤੋਂ ਬਿਨਾ ਪੰਜਾਬ ਮੈਨੂੰ ਦੀਂਦਾ ਹੀ ਨਹੀਂ ਹੈ। ਬਾਬੇ ਨਾਨਕ ਦੇ ਹਾਲੇ ਤਾਂ ਚੱਲਣੇ ਚਾਹੀਦੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਜਵਾਨੀ ਆ ਗਈ ਹੈ ਬਾਹਰ, ਤਾਂ ਮੈਨੂੰ ਲੱਗਦਾ ਹੁਣ ਕੁਝ ਪੋਜ਼ਿਟਿਵ ਹੋਊਗਾ। ਇਹਨਾਂ ਨੂੰ ਨਸ਼ੇੜੀ ਦੱਸਦੀ ਸੀ ਕੇਂਦਰ, ਇਹ ਨਸ਼ੇੜੀ ਹੋ ਗਿਆ ਪੰਜਾਬ ਦਾ ਨੌਜਵਾਨ। ਦੇਖੋ ਫਲਸਫੇ ਜ਼ਿੰਦਗੀ ਦੇ ਕੋਈ ਵੀ ਆ, ਉਹਨਾਂ ਚ ਦੋਨੇ ਪੱਖ ਚੱਲਦੇ ਹੀ ਹੈ। ਚੰਗੇ ਗਵਈਏ ਮਾੜੇ ਗਵਈਏ, ਚੰਗੇ ਲੀਡਰ ਮਾੜੇ ਲੀਡਰ, ਚੰਗੇ ਪੱਤਰਕਾਰ ਮਾੜੇ ਪੱਤਰਕਾਰ, ਚੰਗੇ ਨੌਜਵਾਨ ਮਾੜੇ ਨੌਜਵਾਨ। ਪਰ ਮੈਨੂੰ ਲੱਗਦਾ ਆਪਾਂ ਚੰਗਿਆਂ ਨੂੰ ਇਸ ਵੇਲੇ ਨਾਲ ਲੈ ਕੇ ਚੱਲੀਏ ਤੇ ਮਾੜਿਆਂ ਨੂੰ ਵੀ ਹੱਲਾਸ਼ੇਰੀ ਦਈਏ ਕਿ ਆਓ ਹੁਣ ਨਾਲ ਖੜੀਏ। ਇੱਥੋਂ ਅੱਜ ਸੰਦੇਸ਼ ਕੀ ਦਿੱਤਾ ਹੈ ਤੁਸੀਂ? ਹਾਲਾਂਕਿ ਲੋਕ ਬਹੁਤ ਤੁਹਾਨੂੰ ਪਿਆਰ ਨਾਲ ਸੁਣ ਰਹੇ ਸੀ, ਜਜ਼ਬਾਤੀ ਵੀ ਹੋਏ ਆ, ਜਕਾਰੇ ਵੀ ਲੱਗੇ ਆ, ਤੁਸੀਂ ਕਿਹਾ ਕੀ ਅੱਜ? ਜੋਸ਼ ਤੇ ਹੋਸ਼, ਨੌਜਵਾਨੀ ਦਾ ਆਉਣਾ ਬਹੁਤ ਸੋਹਣੀ ਗੱਲ ਹੈ, ਪਰ ਇਹਨਾਂ ਦਾ ਆਉਣਾ ਬੜਾ ਖਤਰਨਾਕ ਵੀ ਹੈ। ਇਹ ਸਾਨੂੰ ਵਿਚਾਰਨਾ ਪੈਣਾ, ਕਿਉਂਕਿ ਜੋਸ਼ ਤੇ ਹੋਸ਼ ਚ ਦੋਨੇ ਬਰਾਬਰ ਨਹੀਂ ਚੱਲਣਗੇ ਵੱਡੇ ਬਾਈ, ਤਾਂ ਆਪਾਂ ਆਪਦਾ ਖਲਿਆਰਾ ਆਪੇ ਹੀ ਪਾਲਾਂਗੇ, ਕਿਉਂਕਿ ਪਹਿਲਾਂ ਬਹਿ ਚੁੱਕਿਆ ਬਹੁਤ ਵਾਰੀ। ਤਾਂ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੇ ਬਜ਼ੁਰਗ ਆ, ਸਾਡੇ ਐਕਸਪੀਰੀਅੰਸ ਵਾਲੇ ਬੰਦੇ ਆ, ਉਹਨਾਂ ਦੀ ਗੱਲ ਸੁਣ ਕੇ ਚੱਲੀਏ ਨਾਲ। ਜਿੱਥੇ ਜਿੱਥੇ ਅੜਨ ਵਾਲੀ ਗੱਲ ਆ ਉੱਥੇ ਨੌਜਵਾਨੀ ਅੜੇ ਨਾਲ। ਤਾਂ ਮੈਨੂੰ ਲੱਗਦਾ ਦੋਨੇ ਚੀਜ਼ਾਂ ਬੜੀਆਂ ਬਹੁਤ ਖੂਬਸੂਰਤ ਹੋ ਸਕਦੀਆਂ ਜੇ ਰਲ ਮਿਲ ਕੇ ਚੱਲਾਂਗੇ ਤਾਂ ਸੱਚੇ ਪਾਤਸ਼ਾਹ ਦੀ ਮਿਹਰ ਰਵੇ, ਉਹਦਾ ਹੱਥ ਰਵੇ ਤਾਂ ਜਿੱਤ ਕੇ ਆਵਾਂਗੇ। ਪੰਜਾਬ ਦਾ ਗਾਇਕ 3-4 ਦਹਾਕਿਆਂ ਤੋਂ ਬੜਾ ਡਿਪਲੋਮੈਟ ਰਿਹਾ, ਜਿਹੜੇ ਵੱਡੇ ਹੋਏ ਖਾਸ ਤੌਰ ਤੇ ਉਹ ਬੜੇ ਬੈਲੈਂਸ ਜਿਹਾ ਕਰਕੇ ਚੱਲਦੇ ਰਹੇ। ਅੱਜ ਗਾਇਕ ਸਿੱਧੇ ਤੌਰ ਤੇ ਸਾਹਮਣੇ ਆਇਆ, ਸੜਕਾਂ ਦੇ ਉੱਤੇ ਆਇਆ। ਜੀ ਬਿਲਕੁਲ, ਬੇਸ਼ੱਕ ਇਸ ਗੱਲ ਦੀ ਖੁਸ਼ੀ ਹੈ। ਅੱਜ ਮੈਂ ਇੱਥੇ ਵੀ ਬੋਲ ਕੇ ਹਟਿਆ ਕਿ ਭਾਵੇਂ ਕਈ ਥਾਵਾਂ ਤੇ ਬੈਠੇ ਅੱਜ, ਜਿਵੇਂ ਅੱਜ ਬਾਵੇ ਹੋਣੀ, ਹਰਭਜਨ ਬਾਈ ਹੋਣੀ ਨਾਭੇ ਬੈਠੇ ਆ, ਜਾਂ ਸਿੱਧੂ ਹੋਣੀ, ਆਪਣਾ ਉਹ ਅਮਰਤ ਮਾਨ ਹੋਣੀ, ਨੇਤ ਹੋਣੀ, ਸਾਰੇ ਉੱਥੇ ਬੈਠੇ ਆ, ਮਾਨਸਾ, ਹੋਰ ਵੀ ਬਹੁਤ ਥਾਵਾਂ ਤੇ ਬੈਠੇ ਆ, ਕੁਲਵਿੰਦਰ ਬਿੱਲੇ ਹੋਣੀ ਬੈਠੇ ਆ। ਮੈਨੂੰ ਲੱਗਦਾ ਕਿ ਅੱਜ ਦੀ ਆ ਮੀਟਿੰਗ ਹੋਊਗੀ, ਧਰਨਾ ਹੋਊਗਾ, ਇਸ ਤੋਂ ਬਾਅਦ ਅਸੀਂ ਵੀ ਸਾਰੇ ਇਕੱਠੇ ਹੋਵਾਂਗੇ, ਇੱਕ ਮੀਟਿੰਗ ਕਰਾਂਗੇ, ਔਰ ਉਸ ਤੋਂ ਬਾਅਦ ਸਾਰੇ ਸਿਆਣੇ ਬੰਦਿਆਂ ਨਾਲ ਬੈਠ ਕੇ ਇਹ ਡਿਜ਼ਾਈਨ ਕਰਾਂਗੇ, ਪਲਾਨ ਕਰਾਂਗੇ ਕਿ ਅੱਗੇ ਇਹੀ ਇਕੱਠ ਸਾਰਾ ਆਪਾਂ ਇੱਕ ਥਾਂ ਤੇ ਕਰੀਏ, ਔਰ ਦਿੱਲੀ ਵੱਲ ਨੂੰ ਜਿੰਨਾ ਨੇੜੇ ਹੋ ਸਕਦਾ ਉਹਨਾਂ ਕਰੀਏ। ਹੁਣ ਜ਼ਰੂਰੀ ਹੈ ਕਿ ਕੱਲੀ ਗੀਤਾਂ 'ਚ ਰਫਲਾਂ ਦੀ, ਦੁਨਾਲੀਆਂ ਦੀ ਗੱਲ ਨਾ ਹੋਵੇ, ਹੁਣ ਕਿਸਾਨ ਦੀ ਵੀ ਗੱਲ ਹੋਵੇ, ਹੁਣ ਜ਼ਿਮੀਂਦਾਰ ਦੀ ਵੀ ਗੱਲ ਹੋਵੇ, ਮਜ਼ਦੂਰ ਦੀ ਵੀ ਗੱਲ ਹੋਵੇ। ਜਿੰਨਾ ਗਵਈਆਂ ਨੇ ਗੀਤ ਗਾਏ ਆ, ਮੈਨੂੰ ਲੱਗਦਾ ਉਹਨਾਂ ਦੇ ਇਮਤਿਹਾਨ ਵੱਧ ਗਏ ਹੁਣ, ਔਰ ਜੇ ਉਹ ਇੱਥੇ ਕਿਤੇ ਸਾਥ ਦੇ ਗਏ, ਕਿਸਾਨ ਦੇ ਪੁੱਤ ਬਣ ਕੇ ਕਿਸਾਨ ਨਾਲ ਖੜੇ ਅੱਜ ਨਾਲ, ਮੈਨੂੰ ਲੱਗਦਾ ਉਹਨਾਂ ਨੂੰ ਮਾਫ ਕਰ ਦੇਣਾ ਸਾਰਿਆਂ ਨੇ। ਚਾਹੇ ਸਿੱਧੂ ਹੈ, ਚਾਹੇ ਆਰਨੇਤ ਹੈ, ਅੱਜ ਚਾਹੇ ਉਹਨਾਂ ਨੇ ਜੋ ਵੀ ਕੀਤਾ, ਪਰ ਅੱਜ ਦਿਲਾਂ 'ਚ ਲੋਕਾਂ ਦੇ ਵਸਦੇ ਕਿ ਉਹ ਨਾਲ ਆਏ ਆ, ਸੜਕਾਂ ਤੇ ਸਟਾਰਡਮ ਛੱਡਿਆ ਉਹਨਾਂ ਨੇ। ਬਿਲਕੁਲ ਬਿਲਕੁਲ ਬਾਈ, ਬਿਲਕੁਲ ਛੱਡਣਾ ਪੈਣਾ ਬਾਈ ਯਾਰ, ਹੁਣ ਇਹ ਸਾਡਾ ਅਖਲਾਕੀ ਫਰਜ਼ ਹੈ, ਕਿਉਂਕਿ ਅਸੀਂ ਵੀ ਠੀਕ ਹੈ, ਸਾਡੀ ਕਿਰਤ ਹੋਰ ਪਾਸੇ ਡਿਜ਼ਾਈਨ ਕਰਦੀ ਮਹਾਰਾਜ ਨੇ, ਪਰ ਹੈਗੇ ਤਾਂ ਅਸੀਂ ਵੀ ਕਿਸਾਨ ਦੇ ਪੁੱਤ ਹੀ ਹਾਂ, ਸਾਡੇ ਅੰਦਰੋਂ ਦਰਦ ਹੈਗਾ। ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਹੁਣ ਇੱਕ ਸ਼ੇਪ ਬਦਲ ਜੂਗੀ? ਅੱਜ ਦਾ ਦਿਨ ਇਤਿਹਾਸਕ ਦਿਨ ਹੈ, ਗਾਂ ਜੋ ਸੋਚ ਹੋਊਗੀ ਉਹ ਪੰਜਾਬ ਦੀ ਵੱਖਰੀ। ਸਿਆਸਤਦਾਨਾਂ ਨੂੰ ਸਮਝਣਾ ਪੈਣਾ ਕਿ ਬੰਦੇ ਬਣ ਜਾਓ, ਨਹੀਂ ਪੰਜਾਬ ਬਦਲ ਗਿਆ ਹੁਣ। ਬਿਲਕੁਲ ਬਿਲਕੁਲ ਚੁੱਕਿਆ। ਉਹ ਜਿਵੇਂ ਰੇਸ਼ਮ ਕਹਿੰਦਾ ਸੀ ਨਾ, ਜੇ 24 ਘੰਟਿਆਂ 'ਚ ਇੱਥੋਂ ਪਰਾਲੀ ਦੀ ਅੱਗ ਦਾ ਧੂਆਂ ਦਿੱਲੀ ਜਾ ਸਕਦਾ ਹੈ, ਆਵਾਜ਼ ਕਿਵੇਂ ਨਹੀਂ ਜਾਊਗੀ? ਆਵਾਜ਼ ਅੱਜ ਬੜੇ ਉੱਚੇ ਪੱਧਰ ਤੇ ਵੱਜ ਰਹੀ ਹੈ। ਪਰ ਉੱਥੇ ਮੈਂ ਇੱਕੋ ਹੀ ਗੱਲ ਕਹਿਣਾ ਕਿ ਜਿਵੇਂ ਮੈਂ ਹਮੇਸ਼ਾ ਸਤਸੰਗਾਂ 'ਚ ਵੀ ਅਸੀਂ ਬੇਬੇ ਹੋਰਾਂ ਨਾਲ ਬਹਿਨੇ ਤਾਂ ਕਹਿੰਦੇ ਹੁੰਦੇ ਆ ਕਿ ਇੱਥੋਂ ਸੁਣ ਕੇ ਜਦੋਂ ਕਹਿ ਦਿੰਦੇ ਆ ਜੀ ਆਨੰਦ ਆ ਗਿਆ, ਆਨੰਦ ਆ ਗਿਆ, ਪਰ ਅਗਲੇ ਦਿਨ ਉਹ ਆਨੰਦ ਚਲਾ ਜਾਂਦਾ ਹੈ। ਇਹ ਸਾਡੀ ਕੌਮ ਜੋ ਵਾਪਰ ਰਿਹਾ, ਇੱਥੋਂ ਆਪਣਾ ਦਰਦ ਨਾਲ ਲੈ ਕੇ ਜਾਣ, ਜਿਹੜਾ ਸਾਡਾ ਥਾਟ ਪ੍ਰੋਸੈਸ ਹੈ, ਇੱਥੋਂ ਟੁੱਟੇ ਨਾ ਹੋ। ਘਰੇ ਜਾ ਕੇ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਇੱਕ ਚਿੰਤਾ ਹੋਵੇ, ਘਰ ਦੇ ਪੁੱਛਣ ਵੀ ਅੱਜ ਆਇਆ ਕਿੱਥੋਂ, ਯਾਰ ਬੜਾ ਗੰਭੀਰ ਜਿਹਾ ਹੋਇਆ ਪਿਆ, ਲੋੜ ਆ ਸਾਨੂੰ ਇਹ। ਅੱਜ ਇਹ ਤਸਵੀਰ ਦੇਖ ਕੇ ਕੀ ਲੱਗਦਾ ਤੁਹਾਨੂੰ, ਕੀ ਮਹਿਸੂਸ ਹੋਇਆ ਦਿਲੋਂ? ਅੱਜ ਚੜ੍ਹਦੀ ਕਲਾ 'ਚ ਹੋਏ ਆ। ਹਾਂ, 3-4 ਦਿਨ ਹੋ ਗਏ ਸੀ, ਕਈਆਂ ਨਾਲ ਮੇਰੀਆਂ ਗੱਲਾਂ ਵੀ ਹੋਈਆਂ। ਮੈਨੂੰ ਲੱਗਦਾ ਸੀ ਕਿ ਯਾਰ ਜਿਵੇਂ ਪਹਿਲਾਂ ਅਸੀਂ ਕਈ ਵਾਰੀ ਹਾਰੇ ਆ, ਸਾਡੇ ਆਪਸ ਦੇ ਵਿੱਚ ਧੜੇ ਜਿਹੇ ਵੰਡੇ ਗਏ, ਨਿੱਜੀ ਹੋ ਗਏ ਬਹੁਤ ਸਾਰੇ ਲੋਕ ਜਿਹੜੇ ਆਪਦੇ ਮੇਲਾ ਲੁੱਟਣ ਵਾਲੇ ਕੰਮ 'ਚ ਪੈ ਗਏ। ਤਾਂ ਇੱਥੇ ਮੈਨੂੰ ਲੱਗਦਾ ਕਿ ਹੁਣ ਜਿਵੇਂ ਜਵਾਨੀ ਨਾਲ ਹੈ, ਤਾਂ ਬਹੁਤ ਸਾਰੇ ਇਸ ਗੱਲੋਂ ਵੀ ਡਰਨਗੇ ਕਿ ਕੰਡੀਸ਼ਨਲ ਹੋ ਕੇ ਨਾ ਚੱਲੀਏ, ਅਨਕੰਡੀਸ਼ਨਲ ਹੋ ਕੇ ਚੱਲੀਏ, ਸਿਰਫ ਕਿਸਾਨ ਦੀ ਮਿੱਟੀ ਦੀ ਗੱਲ ਕਰੀਏ। ਇੱਕ ਗੀਤ ਤੁਸੀਂ ਸੁਣਾਇਆ ਸੀ, ਮੈਂ ਚਾਹੁੰਦਾ 2 ਬੋਲ ਜੀ ਉਹਦੇ। ਜੀ ਬਿਲਕੁਲ। ਹੁਣ ਫਿਰ ਉਦੋਂ ਬੋਲੇਗਾ, ਹੁਣ ਫਿਰ ਉਦੋਂ ਬੋਲੇਗਾ, ਉਹ ਜਦੋਂ ਧੌਣਾ ਤੇ ਚੜ ਗਏ। ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ। ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ। ਇਹ ਅੱਖ ਖੁੱਲੂਗੀ ਬਾਈ? ਬਾਬਾ ਖੋਲੇ, ਸਭ ਦੀ ਸੁਰਤ ਮਤ ਨੂੰ ਭਾਗ ਲਾਵੇ ਬਾਬਾ ਨਾਨਕ। ਤਾਂ ਸਾਰੇ ਏਦਾਂ ਹੀ ਪਲਾਨ ਨਾਲ ਚੱਲੀਏ, ਸੋਝੀ ਬੋਝੀ ਨਾਲ ਚੱਲੀਏ, ਸਭ ਨੂੰ ਨਾਲ ਲੈ ਕੇ ਚੱਲੀਏ, ਝੁੰਡ ਬਣਾ ਕੇ ਚੱਲੀਏ, ਕਾਫਲਾ ਬਣਾ ਕੇ ਚੱਲੀਏ, ਡੈਫੀਨੇਟ ਖੁੱਲੂਗੀ। ਸਾਡੀਆਂ ਵੱਟਾਂ ਤੇ ਕਿਸੇ ਹੋਰ ਦਾ ਪੈਰ ਨਹੀਂ ਧਰਨ ਦੇ। ਨਹੀਂ ਬਿਲਕੁਲ ਡੈਫੀਨੇਟ ਨਹੀਂ ਖੁੱਲਾਂਗੇ। ਔਰ ਤੁਹਾਨੂੰ ਵੀ ਮੈਂ ਦੱਸ ਦਿੰਦਾ, ਤੁਹਾਨੂੰ ਤਾਂ ਮੈਂ ਤੋਂ ਦੇਖਦਾ ਤਾਂ ਤੁਹਾਡੇ ਜੋ ਜਿਗਰਾ ਹੈਗਾ, ਜਿਵੇਂ ਕਈ ਵਾਰੀ ਪ੍ਰੈਸ ਤੇ ਨਾ ਤੁਸੀਂ ਠੋਕ ਕੇ ਪੁੱਛਦੇ ਹੋ ਗੱਲਾਂ ਜਿਹੜੀਆਂ ਪੁੱਛਣੀਆਂ ਚਾਹੀਦੀਆਂ। ਇਸ ਗੱਲ ਦਾ ਮੈਨੂੰ ਵੀ ਖੁਸ਼ੀ ਹੈ ਕਿ ਤੁਹਾਡੇ ਵਰਗੇ ਸੱਜਣ ਇੱਥੇ ਨੌਜਵਾਨ ਹੋਣੇ ਚਾਹੀਦੇ, ਜਿਹੜੇ ਸਾਨੂੰ ਸਵਾਲ ਪੁੱਛਣ ਤੇ ਸਾਡੇ ਕੋਲ ਜਵਾਬ ਹੋਣ ਉਹਨਾਂ ਦੇ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਕਨਵਰ ਗਰੇਵਾਲ। ਅੱਜ ਪੰਜਾਬ ਦੀ ਗੱਲ ਕਰਨ ਹਰ ਇੱਥੇ ਜਿਹੜਾ ਸ਼ਖਸ ਆਇਆ ਨਹੀਂ ਬਣਦੀ ਹੈ। ਕੈਮਰਾ ਪਰਸਨ ਪਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਸ਼ੰਭੂ। ਸਾਰਿਆਂ ਦਾ, ਸਾਡੇ ਬਜ਼ੁਰਗ ਵੀ ਬੈਠੇ ਆ, ਸਾਡੇ ਜਵਾਨ ਵੀਰ ਵੀ ਬੈਠੇ ਆ, ਸਾਡੀਆਂ ਭੈਣਾਂ ਵੀ ਬੈਠੀਆਂ, ਔਰ ਪ੍ਰੈਸ ਵਾਲੇ ਭਰਾ ਸਾਡੇ ਸਾਰਿਆਂ ਨੂੰ ਸਿਰ ਝੁਕਦਾ ਹੈ। ਬਾਹਲੀਆਂ ਗੱਲਾਂ ਨਹੀਂ ਆਉਂਦੀਆਂ ਇਸ ਵੇਲੇ, ਬਸ ਇਹ ਹੈ ਕਿ ਕਰਨ ਦੀ ਲੋੜ ਹੈ। ਇੰਨਾ ਜ਼ਰੂਰ ਯਾਦ ਰੱਖਿਓ ਕਿ ਸਾਡੇ ਗੁਰੂਆਂ ਨੇ ਕਿਹਾ ਸੀ
ਕਿ ਜਦੋਂ ਕੋਈ ਵੀ ਏਦਾਂ ਦਾ ਹਾਕਮ ਆਊਗਾ ਨਾ ਤਾਂ ਰਾਜਨੀਤੀ ਦੇ ਵਿੱਚ ਧਰਮ ਰੱਖੀ, ਧਰਮ 'ਚ ਰਾਜਨੀਤੀ ਨਾ ਰੱਖੀ। ਪਰ ਇਹਨਾਂ ਨਲਾਇਕਾਂ ਨੇ ਸਾਰਾ ਉਲਟ ਕੀਤਾ। ਇਹਨਾਂ ਨੇ ਰਾਜਨੀਤੀ ਨੂੰ ਧਰਮ ਦੀ ਕਸਵੱਟੀ ਤੇ ਤੋਲ ਕੇ ਰੱਖੀ। ਕਹਿੰਦਾ ਜਿਹੜਾ ਰਾਜਨੀਤੀ ਕੋਈ ਹਾਕਮ ਫੈਸਲਾ ਲੈਣ ਵੇਲੇ ਬਾਬੇ ਦੀ ਰਾਏ ਲੈ ਕੇ ਚੱਲਦਾ ਨਾ, ਆ ਕਰਦੇ ਆ, ਉਹ ਆਮ ਦੇ ਹੱਕ 'ਚ ਹੁੰਦਾ ਹੈ। ਇਹਨਾਂ ਨੇ ਕੋਈ ਰਾਏ ਨਹੀਂ ਕੀਤੀ ਉਹਦੇ ਨਾਲ। ਇਹਨਾਂ ਨੇ ਤਾਂ ਸਗੋਂ ਧਰਮਾਂ 'ਚ ਵੀ ਰਾਜਨੀਤੀਆਂ ਮਾਰਤੀਆਂ, ਇੱਥੇ ਲੜਾਈਆਂ ਮਾਰਤੇ ਸਾਰੇ। ਇਸ ਕਰਕੇ ਠੋਕ ਕੇ ਕਹਿੰਦੇ ਆ ਬਾਅਦ 'ਚ ਆ ਜੇ ਕੰਮ ਜਾ ਸਿਰੇ ਨਾ ਚੜਿਆ ਤਾਂ ਸਾਨੂੰ ਖਾੜੇ ਲਾਉਂਦਿਆਂ ਨੂੰ ਵੀ ਸ਼ਰਮ ਆਊਗੀ। ਸਾਲ ਨੂੰ ਖਾੜੇ ਲਾਉਂਦਿਆਂ ਨੂੰ ਵੀ ਸਾਨੂੰ ਸ਼ਰਮ ਆਇਆ ਕਰੂਗੀ। ਕਿਹੜੇ ਮੂੰਹ ਨਾਲ ਖਾੜੇ ਲਾਈਏ ਇੱਥੇ? ਆ ਤਾਂ ਇਹਨਾਂ ਦੇ ਭੇਜੇ ਲੱਗਦੇ ਆ ਮੈਨੂੰ। ਜਵਾਨੀ ਜ਼ਿੰਦਾਬਾਦ ਹੈ, ਤੁਹਾਡੀ ਕਦਰ ਕਰਦੇ ਹਾਂ ਅਸੀਂ ਸਾਰੇ। ਪਰ ਇੱਕ ਗੱਲ ਤੁਹਾਡੇ ਤੋਂ ਛੋਟਾ ਵੀ ਆ, ਤੁਹਾਡੇ ਹਾਣ ਦਾ ਵੀ ਆ ਤੇ ਕਈਆਂ ਤੋਂ ਵੱਡਾ ਵੀ ਆ। ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਲਾਣੇਦਾਰਾਂ ਦੀ ਰਾਏ ਦੇ ਨਾਲ ਚੱਲਿਓ। ਜਿਹੜੇ ਬਜ਼ੁਰਗ ਆ ਨਾ ਸਾਡੇ ਚੌਦਾਂ ਦੇ ਬੈਠੇ ਆ, ਜਿਹੜੇ ਇਹਨਾਂ ਕੋਲੇ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਤੇ ਨਾਲ ਸਹਿਜਤਾ ਹੈ, ਇੱਕ ਜਿਹੜੀ ਉਮਰ ਨਾਲ ਆਉਂਦੀ ਹੈ, ਇੱਕ ਸਟੇਬਿਲਿਟੀ ਜਿਹੜੀ ਸਹਿਜਤਾ ਹੈ ਉਮਰ ਨਾਲ ਆਉਂਦੀ ਹੈ। ਤੇ ਸਾਡੇ ਕੋਲੇ ਰੱਜ ਕੇ ਜੋਸ਼ ਹੈ। ਦੋਨਾਂ ਨੂੰ ਕੜੀ 'ਚ ਕੜੀ ਮਿਲਾ ਕੇ ਚੱਲਿਓ। ਇਹ ਸੰਘਰਸ਼ ਕੋਈ ਅੱਜ ਦਾ ਨਹੀਂ ਵੀ ਅੱਜ ਇੱਥੇ ਆਪਾਂ 4 ਘੰਟੇ ਲਾ ਲਿਆ ਤੇ ਸ਼ਾਮ ਨੂੰ ਜਿੱਤ ਕੇ ਮੁੜ ਜਾਾਂਗੇ। ਐਡੀ ਉਹ ਜਿਹੜੇ ਭਗਤ ਜੀ ਬੈਠੇ ਆ ਨਾ ਉੱਥੇ, ਜਿਹੜੇ ਸਾਈਨ ਕਰਦੇ ਆ ਸੀਆਂ 'ਚ ਬਹਿ ਕੇ, ਉਹ ਇੰਨੇ ਸੌਖੇ ਸਾਈਨ ਚੱਕਣਗੇ ਨਹੀਂ ਆਪਦੇ। ਇਸ ਕਰਕੇ ਬੜੇ ਜੋਸ਼ ਨਾਲ ਤੇ ਬੜੇ ਹੋਸ਼ ਨਾਲ ਲੜਨਾ ਪੈਣਾ ਹੈ। ਸਮਝਦਾਰੀ ਰੱਖਿਓ ਮੇਰੇ ਭਰਾ ਬਣ ਕੇ, ਡਿਸਪਲਿਨ ਪੂਰਾ ਰੱਖਿਓ ਤੇ ਇੱਕ ਆਪਦੀ ਬਸ ਭਰਾ ਬਣ ਕੇ ਆਪਦਾ ਬਣਾ ਕੇ ਜ਼ਰੂਰ ਰੱਖਿਓ ਯਾਰ। ਬਹਿ ਜਾਓ ਮੇਰੇ ਭਰਾ ਬਣ ਕੇ ਜੇ ਬਹਿ ਸਕਦੇ ਹੋ ਯਾਰ, ਬਹਿ ਜਾਓ ਮੇਰੇ ਵੀਰ ਬਣ ਕੇ ਜੇ ਬਹਿ ਸਕਦੇ ਹੋ, ਬਹਿ ਜਾਓ ਮੇਰੇ ਭਰਾ, ਜ਼ਰੂਰ ਬਹਿ ਜਾਓ ਯਾਰ। ਅੱਖਾਂ ਖੋਲ ਕੇ ਆਪਕੋ ਨਹੀਂ ਮੈਂ ਗਾ ਦੂੰਗਾ, ਉਹ ਤਾਂ ਗਾ ਦੂੰਗਾ। ਸਭ ਤੋਂ ਖਾਸ ਗੱਲ ਹੈ ਇਹ, ਹੁਣ ਤੁਸੀਂ ਘਰੋਂ ਨਿਕਲ ਪਏ ਹੋ, ਪਿਘਲ ਵੱਜ ਚੁੱਕਿਆ, ਕੋਈ ਤਾਕਤ ਨਹੀਂ ਆ ਜਿਹੜੀ। ਮੈਂ ਅੱਗੇ ਪਹਿਲਾਂ ਪੱਤਰਕਾਰ ਤੁਹਾਨੂੰ ਵੀ ਕਹਿ ਕੇ ਹਟਿਆ, ਮੈਂ ਕਿਹਾ ਜਦੋਂ ਸਾਡੇ ਵੱਡ ਵਡੇਰੇ ਆਉਂਦੇ ਆ ਉਹ ਸੰਘਰਸ਼ ਕਰਦੇ ਆ ਤਾਂ ਬਿੱਲਾਂ 'ਚ ਸੋਧ ਹੁੰਦੀ ਹੈ, ਪਰ ਜਦੋਂ ਆ ਪਨੀਰੀ ਨਿਕਲੇ ਆਈ ਨਾ ਬਿੱਲ ਰੱਦ ਹੁੰਦੇ ਆ, ਉਦੋਂ ਬਿੱਲ ਰੱਦ ਹੁੰਦੇ ਆ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਇਹਨਾਂ ਧਰਨਿਆਂ 'ਚ ਜਕਾਰੇ ਭਾਵੇਂ ਘੱਟ ਲਾ ਲਿਓ, ਜ਼ਿੰਦਾਬਾਦ ਮੁਰਦਾਬਾਦ ਭਾਵੇਂ ਘੱਟ ਕਰ ਲਿਓ, ਪਰ ਇੱਥੋਂ ਜਦੋਂ ਉੱਠ ਕੇ ਜਾਓਗੇ ਨਾ ਤਾਂ ਇੱਥੋਂ ਉੱਠ ਕੇ ਇੱਥੇ ਕੁਛ ਚੱਲਦਾ ਹੋਵੇ ਘਰੇ ਜਾ ਕੇ, ਉਹ ਹਾ ਹੀ ਨਾਰਾ ਇੱਥੋਂ ਜਾ ਕੇ, ਇੱਥੋਂ ਘਰੇ ਜਾ ਕੇ ਲੱਗਦਾ ਹੋਵੇ ਕਿ ਯਾਰ ਤਾਂ ਕੋਈ ਐਸੀ ਚੀਜ਼ ਹੈ ਜਿਹੜੀ ਹਾਕਮ ਸਾਤੋਂ ਖੋਹ ਰਿਹਾ ਹੈ, ਉਹ ਅੰਦਰ ਹੈ ਮੇਰਾ, ਉਹ ਮੇਰਾ ਕਲੇਜਾ ਹੈ ਜਿਹੜਾ ਇੱਥੋਂ ਖੋਹ ਰਿਹਾ ਹੈ। ਔਰ ਇੱਕ ਗੱਲ ਹੋਰ ਠੋਕ ਕੇ ਕੱਲਾ ਕੱਲਾ ਭਾਰ ਜੋਖ ਲਓ, ਭਾਰ 'ਚ ਮੈਂ ਤੁਹਾਡੇ ਸਾਰਿਆਂ ਤੋਂ ਹੌਲਾ ਹੈ, ਪਰ ਸੌ ਲੱਗੇ ਮਹਾਰਾਜ ਦੀ ਜਿੱਥੋਂ ਤੱਕ ਜਾਓਗੇ ਨਾ ਜਾਵਾਂਗੇ ਯਾਰ। ਜਿੱਥੋਂ ਸਾਡਾ ਪੰਜਾਬ ਉਦੋਂ ਹੀ ਹਾਰਿਆ ਜਦੋਂ ਅਸੀਂ ਧੜੇ ਜਿਹੇ ਬਣਾ ਕੇ ਬਹਿ ਗਏ। ਅੱਜ ਧਰਨੇ ਪੰਜਾਬ 'ਚ ਬਹੁਤ ਥਾਵਾਂ ਤੇ ਲੱਗੇ ਆ, ਮੈਂ ਸਹਿਮਤ ਹਾਂ ਇਹਨਾਂ ਨਾਲ। ਕਈ ਬੰਦੇ ਕਹਿੰਦੇ ਸੀ ਯਾਰ ਵੀ ਅੱਡੋ ਵੱਟ ਜੇ ਧਰਨੇ ਲਾਈ ਜਾਂਦੇ ਹੋ ਇੱਕ ਥਾਂ ਤੇ ਲਾ ਲੈਂਦੇ। ਮੈਨੂੰ ਲੱਗਦਾ ਸ਼ੁਰੂਆਤ ਏਦਾਂ ਹੀ ਹੋਣੀ ਚਾਹੀਦੀ ਹੈ। ਅੱਜ ਨਾਭੇ ਵੀ ਆ ਬਾਈ ਹਰਭਜਨ ਹੋਣੀ, ਬਾਵੇ ਹੋਣੀ ਬੈਠੇ ਆ, ਉਧਰ ਵੀ ਉਹ ਸਿੱਧੂ ਮੂਸੇਵਾਲਾ, ਅਮਰਤਮਾਨ ਹੋਣੀ, ਸਾਰੇ ਉਹ ਆਰਨੇਤ ਹੋਣੀ, ਉਹ ਸਾਰੇ ਮਾਨਸਾ ਬੈਠੇ ਆ। ਹੋਰ ਅਲੱਗ-ਅਲੱਗ ਥਾਵਾਂ ਤੇ ਬਹੁਤ ਸਾਰੇ, ਕੁਲਵਿੰਦਰ ਬਿੱਲਾ ਉਹ ਵੀ ਨਾਭੇ ਆ। ਇੱਥੇ ਜਿੰਨੇ ਜੱਸੇ ਹੋਣੀ ਆਏ ਹੋਏ ਆ, ਭਾਈ ਲੱਖਾ ਸਾਡਾ, ਦੀਪ ਸਿੱਧੂ ਸਾਹਿਬ ਨਹੀਂ ਅਜੇ ਦਿਖੇ ਸਾਨੂੰ। ਅੱਛਾ ਦੀਪ ਓਏ ਆ ਯਾਰ ਬਾਈ ਤੂੰ ਲੱਖਾ ਬਾਈ ਆਈ ਮੇਰਾ ਭਰਾ ਬਣ ਕੇ, ਇੱਕ ਮਿੰਟ ਆ ਜਾ ਮੇਰਾ ਭਰਾ ਬਣ ਕੇ, ਆ ਜਾ ਮੇਰਾ ਭਰਾ। ਇਹ ਦੋ ਬੰਦੇ ਆ, ਇਹ ਗੱਲ ਸੁਣ ਲਓ ਮੇਰੀ ਭਰਾ ਬਣ ਕੇ, ਇਹਨਾਂ ਨੂੰ ਮੈਂ ਕਈ ਦਿਨਾਂ ਤੋਂ ਨਾ ਸੁਣਦਾ ਹੈ। ਇਹ ਬੰਦੇ ਪੜ੍ਹੇ ਲਿਖੇ ਆ, ਤਿਆਰੀ ਨਾਲ ਆਏ ਆ, ਇਸ ਕਰਕੇ ਇਹਨਾਂ ਦੀ ਜੇ ਆਪਾਂ ਮੰਨ ਲਾਂਗੇ ਨਾ, ਮੈਂ ਮੰਨੂਗਾ ਇਹਨਾਂ ਦੀ, ਕਿਉਂਕਿ ਇਹ ਇਸ ਤਰੀਕੇ ਦਾ ਸਟੱਡੀ ਕਰਕੇ ਆਏ ਹੋਏ ਆ। ਆ ਬੰਦਾ ਜਦੋਂ ਪੰਜਾਬੀ ਬੋਲਦਾ ਉਦੋਂ ਐ ਲੱਗਦਾ ਜਿਵੇਂ ਮੋਗੇ ਦਾ ਹੈ, ਜਦੋਂ ਅੰਗਰੇਜ਼ੀ ਬੋਲਦਾ ਐ ਲੱਗਦਾ ਬਰਮਿੰਗਮ ਦਾ ਹੈ। ਇਸ ਕਰਕੇ ਇਹਨਾਂ ਭਰਾਵਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਆ, ਲੱਖੇ ਬਾਈ ਨੂੰ, ਇਹਨਾਂ ਸਾਰਿਆਂ ਨੂੰ, ਜਿੰਨੇ ਵੀ ਜਵਾਬ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ। ਕਰੜੇ ਰਹੋ, ਕੋਈ ਨਾ ਕੋਈ ਲੈ ਕੇ ਚੱਲਣਾ ਪੈਣਾ ਜਿਨ੍ਹਾਂ ਦੀ ਆਪਾਂ ਸੁਣਾਂਗੇ। ਜੇ ਅੱਡੋ ਵੱਟ ਜੇ ਸਾਰੇ ਚੱਲ ਪਏ ਨਾ, ਆਹ ਕਾਫਲਾ ਅੱਜ ਇੰਨਾ ਹੈ, ਅਗਲੀ ਵਾਰੀ ਇਹ ਦੁੱਗਣਾ ਹੋਵੇ, ਔਰ ਉਸ ਤੋਂ ਅਗਲੀ ਵਾਰੀ ਚੌਗਣਾ ਹੋਵੇ,
ਪਰ ਨਾਲ ਮਾਲਾ ਦੇ ਮਣਕੇ ਵਾਂਗੂ ਖੜੇ ਹੋਈਏ ਆਪਾਂ ਸਾਰੇ। ਸਾਨੂੰ ਇਹ ਹਰਾਉਂਦੇ ਹੀ ਉਦੋਂ ਹੈ ਜਦੋਂ ਅਸੀਂ ਅੱਡੋ ਬਾਟੀ 'ਚ ਹੋ ਜਾਂਦੇ ਆ। ਆਹ ਦੇਖ ਲਿਓ ਹੁਣ ਵੀ ਤੁਸੀਂ ਆ 5-7 ਦਿਨ ਰੁਕੋ, ਇੱਥੇ ਵੀ ਹੋ ਸਕਦਾ ਆਸੇ-ਪਾਸੇ ਕਿਤੇ ਭਾਏ ਹੋਣ ਉਹਨਾਂ ਨੇ, ਇੱਥੋਂ ਵੀ ਪੇਪਰ ਵਰਕ ਕਰਕੇ ਲੈ ਜਾਣਗੇ ਵੀ ਕਿਹੜੇ ਜ਼ਿਆਦਾ ਕਰੰਟ ਵਾਲੇ ਆ, ਉਹਨਾਂ ਨੂੰ ਮਾੜੀ ਮੋਟੀ ਵੋਟੀ ਸਿੱਟ ਕੇ ਦੇਖੋ। ਸਿੱਟਣਗੇ ਵੋਟੀਆਂ ਇਹ ਸਿੱਟਣਗੇ ਵੋਟੀਆਂ, ਉੱਥੇ ਨਾ ਖਿਲਰਿਓ। ਉਦੋਂ ਬਰਗਾੜੀ ਵਾਲੇ 'ਚ ਵੀ ਅਸੀਂ ਆਹੀ ਹਾਰੇ ਆ, ਉੱਥੇ ਅਸੀਂ ਤਾਈਓ ਹਾਰੇ ਆ, ਸਾਡੇ ਆਪ ਹੀ ਖਿਲਰ ਗਏ। ਤੇ ਆਖਰੀ ਆ ਮੈਨੂੰ ਲੱਗਦਾ ਬਾਬੇ ਆਪ ਹੀ ਫਿਰਦੇ ਆ, ਕਿਹੜੇ ਕਰਦੇ ਫਿਰਦੇ ਆ। ਇੱਥੇ ਹਾਰ ਕੇ ਨਾ ਦੇ, ਇਹਨੂੰ ਕੋਈ ਇਹ ਨਾ ਕਰੋ ਮੈਂ ਰੱਟੇ ਲੱਗ ਗਏ ਆ, ਇੱਥੋਂ ਨਿਕਲਦੀ ਹੈ। ਇੱਥੇ ਹਾਰ ਗਏ ਜੇ, ਅੱਜ ਤੋਂ ਬਾਅਦ ਆਪਣੇ ਕੋਲੇ ਕੁਛ ਨਹੀਂ ਹੈ, ਲੈ ਦੇ ਕੇ ਉਹ ਕਪਲ ਸ਼ਰਮੇ ਵਾਂਗੂ ਬਾਬਾ ਜੀ ਕੋਲ ਠੁੱਲੂ ਰਹਿ ਜਾਣਾ। ਬਜਾਈ ਚੱਲਿਓ, ਕੁਛ ਨਹੀਂ ਰਹਿ ਜਾਣਾ ਸਾਡੇ ਕੋਲੇ। ਖੇਤੀ ਤੋਂ ਬਿਨਾਂ ਪੰਜਾਬ ਦਿੰਦਾ ਹੀ ਨਹੀਂ ਹੈ, ਧਰਮਣਾ ਦਿੰਦਾ ਹੀ ਨਹੀਂ ਖੇਤੀ ਤੋਂ ਬਿਨਾਂ ਪੰਜਾਬ। ਯਾਰ ਬਾਬੇ ਨਾਨਕ ਹੋਰਾਂ ਦੇ ਹਲ ਵਾਏ ਵੇ ਤੇ ਤਾਂ ਉਹ ਅਸੀਂ ਠੋਕ ਕੇ ਕਹਿੰਦੇ ਆ ਉੱਤਮ ਖੇਤੀ ਉੱਤਮ ਵਪਾਰ ਤੇ ਲਿਖਤ ਚੱਕਰੀ। ਇਹ ਉੱਤਮ ਵਪਾਰ ਹੈ, ਉੱਤਮ ਖੇਤੀ ਹੈ, ਇਹ ਬਾਬੇ ਨਾਨਕ ਵਾਲੀ ਆ। ਇਸ ਕਰਕੇ ਇੰਨੀ ਛੇਤੀ ਆਪਾਂ ਇਹ ਹਲ ਇਹਨਾਂ ਨੂੰ ਆਪਦੀ ਦਿੱਲੀ ਨਹੀਂ ਲਿਜਾਣ ਦੇਣੇ, ਆਪਾਂ ਇੱਥੇ ਹੀ ਵਾਵਾਂਗੇ, ਇਹਨਾਂ ਨੂੰ ਠੋਕ ਕੇ ਵਾਵਾਂਗੇ। ਪਰ ਉਹੀ ਆ ਬਸ, ਜ਼ਿੰਦਾਬਾਦ ਜ਼ਿੰਦਗੀ ਆ, ਸੋਚ ਕੇ ਚੱਲਿਓ ਬਸ। ਉਹਨਾਂ ਕੋਲੇ ਨੀਤੀਆਂ ਬੜੀਆਂ ਸਟਰੋਂਗ ਆ, ਬੜੇ ਕਮਾਲ ਦੇ ਬੈਠੇ ਆ ਉਹਨਾਂ ਕੋਲੇ ਕਲਾਕਾਰ ਬੰਦੇ ਜਿਹੜੇ ਰੋਜ਼ਗਾਰ ਤਾਂ ਕਰਦੇ ਆ। ਇਸ ਕਰਕੇ ਦਿੱਲੀ ਦੇ ਖਾਣੇ ਬੰਦ ਕਰਦੇ ਆ ਯਾਰ, ਹੋਰ ਕੀ ਹੈ। ਇੱਥੇ ਪੰਜਾਬ ਬਥੇਰਾ ਨਹੀਂ ਜਾਊਗਾ, ਇੱਥੇ ਬਥੇਰਾ ਨਹੀਂ ਜਾਊਗਾ। ਬਸ ਮੈਂ ਚਾਹੁੰਦਾ ਜਿਵੇਂ ਜਿਵੇਂ ਧਰਨੇ ਅੱਗੇ ਆਉਣਗੇ ਆ ਵੀ ਨਿਕਲ ਜੇ ਵਿੱਚੋਂ, ਇਹ ਵੀ ਵਿੱਚੋਂ ਨਿਕਲ ਜੇ। ਜਦੋਂ ਸੋਚਤਾ ਆਉਂਦੀ ਹੈ ਨਾ, ਗੰਭੀਰਤਾ ਆਉਂਦੀ ਹੈ, ਸੀਰੀਅਸਨੈਸ ਆਉਂਦੀ ਹੈ, ਜਦੋਂ ਕਿਸੇ ਵੀ ਸਭਾ ਦੇ ਵਿੱਚ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ, ਤਾਂ ਉੱਥੇ ਹੌਲੀ ਹੌਲੀ ਚੁੱਪ ਵਰਤਣ ਲੱਗ ਜਾਂਦੀ ਹੈ। ਤੇ ਫਿਰ ਚੁੱਪ ਜਦੋਂ ਇਕੱਠੀ ਹੋ ਕੇ ਕਰੀ ਬੋਲਦੀ ਹੈ ਨਾ, ਵਿੱਚ ਦੀ ਲੱਗ ਜਾਂਦੀ ਹੈ ਵੱਡੀਆਂ ਵੱਡੀਆਂ ਸਰਕਾਰਾਂ ਦੇ। ਸੋ ਇਸ ਕਰਕੇ ਮੇਰੇ ਭਰਾ ਬਸ ਆ ਬੱਪੜਾ ਔਰ ਸਾਰੇ ਪਾਸੇ ਸਿੱਟੀਏ ਆਪਾਂ, ਤੇ ਸਿਆਣੇ ਹੋਈਏ, ਰਲ ਮਿਲ ਕੇ ਲੜੀਏ ਸਾਰੇ, ਆਪਾਂ ਸਾਰੇ ਨਾਲ ਹੋਣਾ। ਔਰ ਇੱਕ ਗੱਲ ਹੋਰ ਸੁਣ ਜਿਓ, ਇਹ 1-2 ਦਿਨ ਵਾਲਾ ਕੰਮ ਨਹੀਂ ਹੈ। ਝੋਨੇ ਝਾਨੇ ਆਪਦੇ ਯਾਰ ਦੋਸਤ ਨਾਲ ਲਾ ਕੇ ਛੇਤੀ ਨਿਬੇੜ ਲਿਓ। ਇਹ ਕੰਮ ਹਜੇ ਚੱਲਣਾ ਹੈ, ਇਹ ਚੱਲਣਾ ਹਜੇ ਕੰਮ। ਇਸ ਕਰਕੇ ਇਹਨਾਂ ਭਰਾਵਾਂ ਤੋਂ ਵੀ ਅਸੀਂ ਆਸ ਕਰਦੇ ਹਾਂ, ਦੀਪ ਸਿੱਧੂ ਵਰਗਿਆਂ ਤੋਂ, ਲੱਖੇ ਬਾਈ ਹੋਰਾਂ ਤੋਂ, ਸਾਰੇ ਜਿੰਨੇ ਵੀ ਸੰਘਰਸ਼ੀਲ ਲੱਗੇ ਹੋਏ ਆ, ਸਾਰਿਆਂ ਤੋਂ ਆਸ ਕਰਦੇ ਹਾਂ। ਮੁਰਦਾਬਾਦ 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 ਮੁਰਦਾਬਾਦ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਚਾਹੁੰਦਾ, ਤੁਹਾਡੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਨਿਕਲਿਆ ਹੋਵੇ ਤਾਂ ਮੈਂ ਦੇਣਦਾਰ ਹੈ, ਮਾਫੀ ਚਾਹੁੰਦਾ। ਬਸ ਡਟ ਕੇ ਰਹੋ ਮਿੱਤਰੋ, ਡਟ ਕੇ ਰਹੋ। ਸਾਡੀਆਂ ਭੈਣਾਂ ਨੂੰ ਇਹਨਾਂ ਨੂੰ ਸਿਰ ਝੁਕਦਾ ਆਈਆਂ ਨੇ। ਇਹੀ ਆ ਪੰਜਾਬ ਭੈਣ ਮੇਰੀਓ, ਇਹੀ ਪੰਜਾਬ ਹੈ। ਅਣਖ ਤੇ ਹੰਕਾਰ 'ਚ ਫਰਕ ਹੁੰਦਾ ਹੈ, ਜਾਂਦੀ ਵਾਰ ਦੀ ਗੱਲ ਹੈ। ਸਾਡੇ ਪੰਜਾਬ 'ਚ ਲਾਈਨਾਂ ਅੱਜਕੱਲ ਮੈਂ ਪੜ੍ਹਦਾ ਇੱਕ ਤੇ ਲਿਖੀਆਂ ਵੀਆਂ, ਅਣਖ ਤੇ ਹੰਕਾਰ। ਆਪਦੇ ਹੰਕਾਰ ਨੂੰ ਅਣਖ ਨਾ ਸਮਝ ਕੇ ਬਹਿ ਜਾਓ। ਅਣਖ ਦੇ ਮੈਨੇ ਕੀ ਹੈ, ਆਪੋ ਆਪਣੇ ਮਨ 'ਚ ਰਚੋ, ਆਪੋ ਆਪਣੇ ਮਨ ਨੂੰ ਪੁੱਛੋ ਕਿ ਅਣਖ ਕਿਹੜੀ ਹੈ ਤੇ ਹੰਕਾਰ ਕਿਹੜਾ ਹੈ। ਅਣਖ ਹੀ ਬਣਨਾ ਆਪਾਂ ਇਹਨਾਂ ਦਿਨਾਂ 'ਚ, ਅਣਖ ਨੇ ਹੀ ਜਿਤਾਉਣੇ ਆ ਸਾਨੂੰ ਇਸ ਸਟਰਗਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋ ਰਹੀ ਇਕੱਲੇ ਕਿਸਾਨਾਂ ਦੀ ਨਹੀਂ ਹੋ ਰਹੀ, ਇਹ ਇੱਕ ਰੈਵੋਲੂਸ਼ਨ ਆ ਜਿੱਥੇ ਸਾਨੂੰ ਪੰਜਾਬ ਦੇ ਉਸ ਹਰ ਵਰਗ ਦੀ ਗੱਲ ਕਰਨੀ ਪੈਣੀ ਆ ਜਿਹੜੇ ਇਸ ਧਰਤੀ ਤੇ ਸਾਡੇ ਨਾਲ ਵਸਦੇ ਆ, ਕਿਉਂਕਿ ਫਿਰ ਸਾਡੇ ਤੇ ਉਹਨਾਂ 'ਚ ਕੋਈ ਫਰਕ ਨਹੀਂ ਰਹਿ ਜਾਊਗਾ। ਜੇ ਅਸੀਂ ਹਿੰਦੂਆਂ ਨੂੰ, ਸਾਡੇ ਹਿੰਦੂ ਭਰਾਵਾਂ ਨੂੰ ਇਨਸਿਕਿਉਰ ਫੀਲ ਕਰਾ ਦਾਂਗੇ ਜਾਂ ਉਹਨਾਂ ਨੂੰ ਇਹ ਲੱਗੂਗਾ ਵੀ ਉਹ ਇਨਸਿਕਿਉਰ ਆ, ਫਿਰ ਸਾਡੇ ਤੇ ਉਹਨਾਂ 'ਚ ਤਾਂ ਕੋਈ ਫਰਕ ਹੀ ਨਹੀਂ ਰਹਿ ਗਿਆ, ਫਿਰ ਤਾਂ ਅਸੀਂ ਵੀ ਉਵੇਂ ਹੀ ਹੋ ਗਏ। ਸਾਡੇ ਦਲਿਤ ਭਰਾਵਾਂ ਨੂੰ ਅਸੀਂ ਇਹ ਫੀਲ ਕਰਾ ਦਾਂਗੇ ਵੀ ਉਹ ਸਾਡੇ ਜਿੱਡੇ ਨਹੀਂ ਆ, ਅਸੀਂ ਸਵਰਨ ਜਾਤੀ ਆ ਤੇ ਉਹ ਦਲਿਤ ਆ। ਨਹੀਂ ਜੀ, ਜੇ ਉਹ ਦਲਿਤ ਆ ਤਾਂ ਮੈਂ ਵੀ ਦਲਿਤ ਆ ਤੇ ਤੁਸੀਂ ਵੀ ਦਲਿਤ ਹੋ। ਇਸ ਕਰਕੇ ਸਾਨੂੰ ਆਪਦੇ ਸਿਧਾਂਤ ਸਾਡੀ ਵਿਚਾਰਧਾਰਾ ਉਹਨੂੰ ਸਮਝਣਾ ਪੈਣਾ, ਉਹਨੂੰ ਰਚਣਾ ਪੈਣਾ। ਉਹ ਬਾਈ ਬਹਿ ਜਾਓ ਯਾਰ, ਥੋੜੀ ਦੇਰ ਬਹਿ ਜਾਓ ਭਾਈ, ਬੇਨਤੀ ਆ ਹੱਥ ਬੰਨ ਕੇ ਸੰਗਤ ਨੂੰ ਬਹਿ ਜਾਓ, ਕਿਉਂਕਿ ਗੱਲਾਂ ਬਹੁਤ ਕਰਨੀਆਂ, ਗੱਲਾਂ ਬਹੁਤ ਸਮਝਣੀਆਂ। ਅਸੀਂ ਕਈ ਵਾਰੀ ਭਰਮ ਪਾਲੀ ਬੈਠੇ ਹੁੰਨੇ ਆ। ਉਹ ਬਾਈ ਜੀ ਇੱਥੇ ਵੀ ਬਹਿ ਜਾਓ ਮਾੜਾ ਮਾੜਾ ਪਲੀਜ਼। ਕਿੱਥੇ ਕਿਵੇਂ ਉਹ ਭਾਈ ਐਂ ਕਰੋ, ਸੰਗਤ ਦਾ ਹੁਕਮ ਆ, ਸੰਗਤ ਦਾ ਹੁਕਮ ਤਾਂ ਫਿਰ ਆਪਾਂ ਟਾਲ ਹੀ ਨਹੀਂ ਸਕਦੇ। ਬਹਿ ਜਾਓ ਭਾਈ, ਬਹਿ ਜਾਓ ਯਾਰ, ਬਹਿ ਜਾਓ ਯਾਰ ਭਾਈ, ਬਹਿ ਜਾਓ, ਬਹਿ ਜਾਓ।
ਹੱਥ ਜੋੜ ਕੇ ਬੇਨਤੀ ਆ। ਅੱਛਾ, ਜਿਹੜਾ ਕੋਈ ਬੰਦਾ, ਜਿਹੜਾ ਕੋਈ ਆਪਣਾ ਮਿੱਤਰ ਪਿਆਰਾ ਬੇਲੀ ਇੱਥੇ ਆ ਕੇ ਬੋਲਣਾ ਚਾਹੇ, ਉਹਨੂੰ ਖੁੱਲਾ ਸੱਦਾ। ਪਰ ਗੱਲ ਆਏ ਆ ਵੀ ਗੱਲ ਕੋਈ ਆਪਾਂ ਸੰਵਾਦ ਦੀ ਕਰੀਏ, ਕੋਈ ਪਾਰਟੀਬਾਜ਼ੀ ਨਹੀਂ। ਤੁਸੀਂ ਬੋਲਣਾ, ਤੁਸੀਂ ਵੀ ਆ ਜਾਓ ਬਾਈ, ਯੂ ਮੋਸਟ ਵੈਲਕਮ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ, ਜਿਹੜੀ ਧਿਰ ਨਾਲ ਲੜ ਰਹੇ ਆ ਨਾ, ਉਹ ਆਈਡੀਓਲੋਜੀਕਲੀ ਮੋਟੀਵੇਟਡ ਧਿਰ ਆ। ਸਾਡੀ ਲੜਾਈ ਕੀ ਹੋਣੀ ਚਾਹੀਦੀ ਆ, ਅਸੀਂ ਉਹਨਾਂ ਨਾਲ ਲੜਨਾ ਕਿਵੇਂ ਆ। ਅਸੀਂ 84 ਦਾ ਸੰਘਰਸ਼ ਕਰਕੇ ਦੇਖ ਲਿਆ, ਅਸੀਂ ਹਥਿਆਰ ਚੱਕ ਕੇ ਦੇਖ ਲਏ, ਸਾਨੂੰ ਉਸ ਚੋਂ ਵੀ ਕੁਝ ਨਹੀਂ ਲੱਭਿਆ, ਸਾਨੂੰ ਉੱਥੋਂ ਵੀ ਕੁਝ ਨਹੀਂ ਮਿਲਿਆ। ਕਸ਼ਮੀਰੀ ਕਦੋਂ ਦੇ ਆਪਦੀ ਲੜਾਈ ਲੜੀ ਜਾਂਦੇ ਆ, ਉਹਨਾਂ ਦਾ ਸੀਐਮ ਤੋਂ ਲੈ ਕੇ ਉਹਨਾਂ ਦੇ ਚੀਫ ਜਸਟਿਸ ਤੋਂ ਲੈ ਕੇ ਚਪੜਾਸੀ ਤੱਕ ਉਹਨਾਂ 'ਚ ਬਹੁਤ ਵੱਡਾ ਕੌਮੀ ਜਜ਼ਬਾ, ਪਰ ਹਥਿਆਰਾਂ ਨੇ ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ। ਇਸ ਕਰਕੇ ਅੱਛਾ, ਉਹਨਾਂ ਦੀ ਟ੍ਰੇਨ ਆ ਜਿਹੜੀ, ਉਹ ਸਾਰੀ ਉਹ ਵੀ ਹਥਿਆਰਾਂ ਦੀ ਲੜਾਈ ਲੜਨ ਵਾਸਤੇ ਬਹੁਤ ਐਪਟ ਆ। ਐਪਟ ਮਤਲਬ ਉਹ ਅਨੁਕੂਲ ਆ। ਅਸੀਂ ਤਾਂ ਪਲੇਨ ਧਰਤੀ ਤੇ ਬੈਠੇ ਆ, ਸਾਨੂੰ ਤਾਂ ਜਿੱਥੋਂ ਲੱਭਦਾ ਮਰਜ਼ੀ ਮਾਰ ਦੇਣ। ਸਟੇਟ ਕੋਲੇ ਬਹੁਤ ਪਾਵਰ ਹੁੰਦੀ ਆ, ਸਟੇਟ ਬਹੁਤ ਆਪਦੇ ਆਪ ਨੂੰ ਇਸ ਵੇਲੇ ਸਟਰੋਂਗ ਕਰੀ ਬੈਠਾ। ਇਸ ਕਰਕੇ ਸਾਡੀ ਲੜਾਈ ਅਸੀਂ ਲਾਮਬੰਦ ਕਿਵੇਂ ਕਰਨਾ, ਸਾਡੀ ਲੜਾਈ ਕੀ ਹੋਣੀ ਚਾਹੀਦੀ ਆ, ਇਹ ਜਦੋਂ ਤੱਕ ਅਸੀਂ ਸੰਵਾਦ ਨਹੀਂ ਕਰਾਂਗੇ, ਸਿਰ ਜੋੜ ਕੇ ਨਹੀਂ ਬੈਠਾਂਗੇ, ਉਦੋਂ ਤੱਕ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਣੀ। ਫਿਰ ਅਗਲੀ ਗੱਲ ਕੱਲੀ ਕਿਸਾਨੀ ਦੀ ਨਹੀਂ ਆ, ਗੱਲ ਸਮੁੱਚਤਾ 'ਚ ਦੇਖਣ ਵਾਲੀ ਆ। ਸਮੁੱਚਤਾ ਕੀ ਆ ਪੰਜਾਬ ਦੀ? ਸਾਡੇ ਕੋਲੇ ਪ੍ਰਵਾਸ ਦਾ ਮਸਲਾ, ਗੁਰੂਆਂ ਦੀ ਧਰਤੀ ਤੋਂ, ਸਾਡੇ ਰਹਿਬਰਾਂ ਦੀ ਧਰਤੀ ਤੋਂ ਅੱਜ ਕੋਈ ਇੱਥੇ ਰਹਿ ਕੇ ਰਾਜੀ ਨਹੀਂ। ਹਰ ਕੋਈ ਕਹਿੰਦਾ IELTS ਕਰਕੇ ਮੈਂ ਜਾਵੜਾ ਕੈਨੇਡਾ ਅਮਰੀਕਾ। ਇਹ ਸਾਡੇ ਲਈ ਕਿਸੇ ਵੇਲੇ ਸੰਤਾਪ ਹੁੰਦਾ ਸੀ। ਜਿਹੜਾ ਬੰਦਾ ਘਰੋਂ ਉੱਜੜਦਾ ਸੀ ਉਹਨੂੰ ਸੰਤਾਪ ਗਿਣਿਆ ਜਾਂਦਾ ਸੀ ਵੀ ਇਹਨੂੰ ਤਾਂ ਕੋਈ ਸ਼ਰਾਪ ਮਿਲਿਆ ਹੋਊਗਾ, ਆਪਣੀ ਧਰਤੀ ਛੱਡ ਕੇ ਚੱਲਿਆ। ਅੱਜ ਅਸੀਂ ਕੈਨੇਡਾ ਅਮਰੀਕਾ ਜਾਣ ਵਾਸਤੇ ਤਿਆਰ ਆ। ਉਹ ਗੱਲ ਜਿਹੜੀ ਅਸੀਂ ਇਹ ਸਮਝਣੀ ਆ ਵੀ ਸਮੁੱਚਤਾ 'ਚ ਹੋਰ ਬਹੁਤ ਮਸਲੇ ਆ ਸਾਡੇ ਕੋਲੇ। ਉਹ ਯਾਰ 1 ਮਿੰਟ ਪਾਣੀ ਬਾਅਦ 'ਚ ਪੀ ਲਾਂਗੇ, ਮੈਂ ਵੀ ਨਹੀਂ ਪੀਤਾ, ਕੋਈ ਨਹੀਂ, ਸਵੇਰ ਦਾ ਨਹੀਂ ਪੀਤਾ, ਪੀ ਲਾਂਗੇ ਪਾਣੀ, ਆਪਾਂ ਕਿਤੇ ਨਹੀਂ ਮਰਦੇ। ਹੁਣ ਜੇ ਬਹਿ ਗਏ ਆ ਤਾਂ ਹੁਣ ਤਾਂ ਉਹ ਜਜ਼ਬਾ ਹੀ ਤੁਹਾਨੂੰ ਲੈ ਕੇ ਜਾਊਗਾ, ਦੱਬੀ ਆਓ ਕੰਮ। ਅੱਛਾ, ਗੱਲ ਇਹ ਆ ਵੀ ਸਮੁੱਚਤਾ 'ਚ ਜਦੋਂ ਮਸਲਿਆਂ ਨੂੰ ਦੇਖਾਂਗੇ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਕਿਸਾਨਾਂ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਥੋਪੇ ਜਾ ਰਹੇ ਆ, ਨੌਜਵਾਨਾਂ ਦੇ ਉੱਤੇ ਨਸ਼ੇ ਆ, ਸਾਡੀ ਸਿੱਖਿਆ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ, ਸਾਡੀ ਇੰਪਲੋਇਮੈਂਟ ਨੂੰ ਜੇ ਐਡਰੈਸ ਨਹੀਂ ਕੀਤਾ ਅਸੀਂ ਪੰਜਾਬ 'ਚ ਇਕਨੋਮੀ ਨੂੰ ਐਡਰੈਸ ਨਹੀਂ ਕੀਤਾ। ਪੰਜਾਬ ਦਾ ਜਿਹੜਾ এনवायरमेंटल ਕ੍ਰਾਈਸਿਸ ਆ ਉਹ ਬਹੁਤ ਜ਼ਿਆਦਾ ਡੀਪ ਆ। ਸਾਡੇ ਪਾਣੀ, ਸਾਡੀ ਜ਼ਮੀਨ, ਸਾਡਾ ਵਾਤਾਵਰਨ, ਇਹ ਪਹਿਲਾਂ ਐ ਨਹੀਂ ਸੀ। ਤੁਸੀਂ ਇਹ ਦੇਖੋ, ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਆ ਨਿੰਮ, ਡੇਕਾਂ, ਟਾਹਲੀਆਂ, ਕਿੱਕਰ, ਸਾਡੇ ਇੱਥੇ ਤੂਤ, ਇਹ ਸਭ ਹੁੰਦੇ ਸੀ, ਕਿੱਧਰ ਗਏ? ਚਿੜੀਆਂ, ਕਾਂ, ਤੋਤੇ ਕਿੱਧਰ ਗਏ? ਸੋ এনवायरमेंटल ਮਸਲਾ ਵੀ ਬਹੁਤ ਵੱਡਾ ਡੀਪ ਆ। ਪੰਜਾਬ ਦੇ ਹਰ ਮਸਲੇ ਨੂੰ ਸਮੁੱਚਤਾ 'ਚ ਦੇਖ ਕੇ, ਉਹਨੂੰ ਸਮਝ ਕੇ, ਕਿਉਂਕਿ ਫੇਰ ਹੀ ਕੋਈ ਹੱਲ ਨਿਕਲ ਸਕਦਾ। ਕਈ ਵਾਰੀ ਅਸੀਂ ਭਰਮ ਪਾਲੀ ਬੈਠੇ ਹੁੰਦੇ ਆ ਵੀ ਸਾਨੂੰ ਮਸਲਿਆਂ ਦੀ ਸਮਝ ਆ, ਸਾਨੂੰ ਮਸਲਿਆਂ ਦੀ ਸਮਝ ਨਹੀਂ ਹੁੰਦੀ। ਮਸਲਿਆਂ ਦੀ ਸਮਝ ਸਾਡਾ ਜਿਹੜੇ ਰੌਸ਼ਨ ਜ਼ਮੀਰ ਲੋਕ ਆ, ਸਾਡੇ ਜਿਹੜੇ ਵਿਦਵਾਨ ਆ, ਪਲੀਤ ਆ, ਉਹਨਾਂ ਨੇ ਕਰਨੀ ਹੁੰਦੀ ਹੈ। ਪਰ ਇੰਡੀਅਨ ਪੋਲਿਟਿਕਸ ਇੱਕ ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਆ। ਉਹਨਾਂ ਨੇ ਇਹ ਦੱਸਣਾ, ਦੇਖੋ ਸੁਸ਼ਾਂਤ ਸਿੰਘ ਰਾਜਪੂਤ, ਵੀ ਸਾਨੂੰ ਧੋਖਾ ਬੰਦਾ ਮਰ ਗਿਆ, ਪਰ ਯਾਰ ਏਡਾ ਮਸਲਾ ਪ੍ਰਾਈਮ ਟਾਈਮ ਤੇ ਅਰਨਵ ਗੋਸਵਾਮੀ ਗੱਲ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਕਰੇ। ਐਡਾ ਮਸਲਾ ਵੀ ਕੰਗਣਾ ਨੂੰ ਐ ਚੱਕੀ ਫਿਰਨ ਜਿਵੇਂ ਕੋਈ ਉਹ ਝਾਂਸੀ ਵਾਲੀ ਰਾਣੀ ਹੁੰਦੀ ਆ ਤੇ ਉਹਨੇ ਵਿਦਰੋਹ ਕਰ ਰੱਖਿਆ ਹੁੰਦਾ। ਐਡਾ ਮਸਲਾ ਵੀ ਦੀਪਿਕਾ ਨੇ ਡਰੱਗ ਦੇ ਮੈਸੇਜ ਭੇਜੇ, ਯਾਰ ਭੇਜੇ ਹੋਣਗੇ, ਕੀ ਲੈਣਾ ਅਸੀਂ ਯਾਰ ਉਹਨਾਂ ਤੋਂ? ਇੱਥੇ ਬੰਦੇ ਮਰੀ ਜਾਂਦੇ ਆ, ਇੱਥੇ ਸੜਕਾਂ ਤੇ ਬੈਠੇ ਆ, ਕੰਗਣਾ ਦਾ ਛਜਾਇਆ ਡਿੱਗਦਾ। ਤੁਸੀਂ ਚੈਨਲ ਤੇ ਆਏ ਦਿਖਾਉਣੇ ਹੋ ਜਿਵੇਂ ਪਤਾ ਨਹੀਂ ਕਿੱਡਾ ਵੱਡਾ ਜ਼ੁਲਮ ਹੋ ਗਿਆ, ਸਾਡੀਆਂ ਹੱਡੀਆਂ ਤੋੜਦੇ ਹੋ, ਉਹਨੂੰ ਕੋਈ ਦਿਖਾਉਂਦਾ ਹੀ ਨਹੀਂ। ਸੋ ਇਹ ਪ੍ਰੋਪੇਗੈਂਡਾ ਪੋਲਿਟਿਕਸ ਆ। ਇਸ ਗਵਰਨਮੈਂਟ ਕੋਲੇ ਇਸ ਪੋਲਿਟਿਕਸ ਨੂੰ ਕਰਨ ਵਾਸਤੇ ਵੱਡੇ ਵੱਡੇ ਬਜਟ ਵੀ ਆ। ਸੋ ਗੱਲ ਜਿਹੜੀ ਗਾਹ ਸਮਝਣ ਦੀ ਜ਼ਰੂਰਤ ਆ। ਸਭ ਤੋਂ ਵੱਡੀ ਗੱਲ ਆ, ਇੱਕ ਗੱਲ ਹੋਰ ਕਹੂੰਗਾ ਵਿੱਚ ਦੀ, ਇੱਕ ਗੱਲ ਛੱਡਣੀ ਬੜੀ ਜ਼ਰੂਰੀ ਆ। ਸੰਤ ਨਿਹਾਲ ਸਿੰਘ ਫੇਰ ਇੱਕ ਗੱਲ ਕਹਿੰਦੇ ਹੁੰਦੇ ਸੀ, ਦੇਖੋ ਮੈਂ ਕੋਈ ਖਾਲਸਤਾਨੀ ਗੱਲ ਨਹੀਂ ਕਰ ਰਿਹਾ, ਮੈਂ ਸਿੱਖ ਅਤੈਸ਼ੀ ਗੱਲ ਨਹੀਂ ਕਰ ਰਿਹਾ, ਪਰ ਜਿਹੜੀ ਸਹੀ ਗੱਲ ਆ ਉਹ ਤਾਂ ਸਹੀ ਆ। ਕਿਵੇਂ ਸਹੀ ਆ? ਉਹ ਕਹਿੰਦੇ ਸੀ ਸਰੀਰਕ ਮੌਤ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰ ਜਾਣਾ ਹੀ ਮੌਤ ਆ।
ਸਟੱਡੀ ਕੀਤਾ ਇਹਨਾਂ ਆਰਡੀਨੈਂਸ ਨੂੰ, ਮੈਂ ਟੈਕਨੀਕਲੀ ਵੀ ਸਮਝਾ ਸਕਦਾ, ਮੈਂ ਬੋਲ ਵੀ ਬਹੁਤ ਸਕਦਾ, ਪਰ ਮੈਂ ਇਸ ਵੇਲੇ ਇੱਕੋ ਹੀ ਅਰਦਾਸ ਕਰਦਾ ਵੀ ਸਾਨੂੰ ਤੁਹਾਡੀ ਜ਼ਰੂਰਤ ਆ, ਸਾਨੂੰ ਮਤਲਬ ਪੰਜਾਬ ਨੂੰ। ਜੇ ਨੌਜਵਾਨ ਉੱਠ ਖੜੇ, ਜੇ ਭਾਈ ਜਗਾ ਲਏ ਆਪਾਂ ਸਾਰੇ, ਤਾਂ ਗੱਲ ਕਿਤੇ ਹੋਰ ਜਾਣੀ ਆ। ਠੀਕ ਆ, ਤਾਂ ਬਾਈ ਜੀ ਕੋਈ ਇੱਥੇ ਵੋਟਾਂ ਨਹੀਂ ਮੰਗਦਾ, ਕੋਈ ਰਾਜਨੀਤਿਕ ਕਰ ਨਹੀਂ ਕਰਦਾ, ਮੈਂ ਕੋਈ ਟਿਕਟ ਨਹੀਂ ਚਾਹੀਦੀ ਨਾ, ਮੈਂ ਐਲਾਨ ਕਰਦਾ ਮੈਂ ਨਹੀਂ ਲੜਦਾ 2022, ਮੈਨੂੰ ਕੋਈ ਰਾਜਨੀਤੀ ਪਾਰਟੀ ਨਾਲ ਨਾ ਦੇਖਿਓ। ਅਸੀਂ ਗੱਲ ਇਹ ਕਰਦੇ ਆਂ ਆਪਦੀ ਧਰਤੀ ਨਾਲ, ਜੇ ਨਾ ਵਫਾਦਾਰੀ ਨਿਭਾਈ ਫਿਰ ਅਸੀਂ ਕੀ ਤਾਂ ਫਿਲਮਾਂ ਬਣਾ ਲਾਂਗੇ, ਕੀ ਗਾਣੇ ਗਾ ਲਾਂਗੇ ਤੇ ਕੀ ਪੈਸੇ ਕਮਾ ਲਾਂਗੇ, ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ। ਸੋ ਵਫਾਦਾਰੀ ਲੋਕਾਂ ਨਾਲ ਆ, ਵਫਾਦਾਰੀ ਧਰਤੀ ਨਾਲ ਆ। ਇੱਥੇ ਰਿਸ਼ਤੇ ਵੀ ਛੱਡਣੇ ਪੈਣੇ ਆ, ਇੱਥੇ ਹੋਰ ਬਥੇਰੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ, ਕਿਉਂਕਿ ਜਦੋਂ ਸੰਘਰਸ਼ ਵਿੱਢਦੇ ਆ ਤੇ ਲੜਦੇ ਆ, ਇੱਕ ਗੱਲ ਬਹੁਤ ਜ਼ਰੂਰੀ ਆ, ਸਾਨੂੰ ਸੰਘਰਸ਼ ਜਦੋਂ ਲੜਨਾ ਉਦੋਂ ਇੱਕ ਡਰ ਚੱਕਣਾ ਪੈਂਦਾ ਅੰਦਰੋਂ, ਮੌਤ ਦਾ ਡਰ ਚੱਕਣਾ ਪੈਂਦਾ, ਫੇਰ ਹੀ ਸੰਘਰਸ਼ ਲੜੇ ਜਾਂਦੇ ਆ। ਸਾਨੂੰ ਸਿਰ ਤਰੀ ਤੇ ਧਰਨਾ ਹੀ ਪੈਂਦਾ, ਸਾਨੂੰ ਉਸ ਜਜ਼ਬੇ ਨਾਲ ਜੁੜਨਾ ਹੀ ਪੈਂਦਾ। ਮੈਂ ਘਰੇ ਕਹਿ ਆਇਆ ਵੀ ਮੈਨੂੰ ਜੇ ਕੁਝ ਹੋ ਗਿਆ ਆਪੇ ਪਕਾ ਲਿਓ, ਆਪੇ ਖਾ ਲਿਓ। ਹੁਣ ਤਾਂ ਅਸੀਂ ਤੁਰ ਪਏ ਆ, ਹੁਣ ਤਾਂ ਅਸੀਂ ਬਾਗੀ ਹੋ ਗਏ ਆ, ਹੁਣ ਸਾਨੂੰ ਲੁਟੇਰੇ ਕਹਿ ਲਓ, ਹੁਣ ਸਾਨੂੰ ਖਾਲਿਸਤਾਨੀ ਕਹਿ ਲਓ। ਲੱਖੇ ਭਾਈ ਆ ਜਾਓ, ਕਿਰਾ ਆ ਜਾਓ। ਤੇ ਕਿਆ ਬਾਤ ਆ ਯਾਰ, ਆਹ ਦਾ ਜਿਹੜਾ ਜਨੂਨ ਆ, ਇਹ ਵਿਰੋਧ ਨਹੀਂ ਆ, ਇਹ ਵਿਦਰੋਹ ਆ, ਇਹ ਯਾਦ ਰੱਖਿਓ, ਇਹ ਵਿਦਰੋਹ ਆ। ਜਿਹਨੇ ਜਾ ਕੇ ਆਪਦੇ ਸੋਸ਼ਲ ਮੀਡੀਆ, ਸੋਸ਼ਲ ਹੈਂਡਲ ਤੇ ਲਿਖਣਾ, ਉਹਨੂੰ ਵਿਰੋਧ ਨਾ ਲਿਖਿਓ, ਹੁਣ ਇਹਨੂੰ ਵਿਦਰੋਹ ਲਿਖਿਓ। ਗੱਲ ਉੱਥੋਂ ਤੱਕ ਜਾਊਗੀ ਜੇ ਸਪਸ਼ਟਤਾ ਰੱਖਾਂਗੇ ਤਾਂ ਕੁਝ ਲੈ ਡਿੱਗਾਂਗੇ, ਜੇ ਸਪਸ਼ਟਤਾ ਸਾਡੇ 'ਚ ਨਹੀਂ ਹੋਈ, ਗਲਤ ਨੂੰ ਗਲਤ ਕਹਿਣ ਦੀ, ਸਾਨੂੰ ਕੁਝ ਨਹੀਂ ਮਿਲਣਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦੇ ਵਾਸਤੇ ਰਹੋ ਬਾਈ, ਬਹੁਤ ਸਾਰਾ ਪਿਆਰ ਸਤਿਕਾਰ। ਆਜੋ ਬਾਈ ਜੀ। ਨਾਨਕ ਸਾਹਿਬ ਦੇ ਫਲਸਫੇ ਤੋਂ ਲੈ ਕੇ ਸਿੰਘ ਜੀ ਦੇ ਸਮੇਂ ਤੱਕ, ਉਦੋਂ ਬਾਅਦ ਜਿਹੜੇ ਸਰਦਾਰ ਕਰਤਾਰ ਸਿੰਘ, ਹਰ ਸਾਡਾ ਰਹਿਬਰ, ਹਰ ਸਾਡੇ ਜਿਹੜੇ ਰਹੇ ਆ। ਪਰ ਇੱਕ ਗੱਲ ਸਾਨੂੰ ਹੁਣ ਸਮਝਣੀ ਪੈਣੀ ਆ, ਲੜਾਈ ਦੀਆਂ ਵੀ ਕੁਝ ਜਿਹੜੇ ਕਹਿੰਦੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ। ਜਦੋਂ ਅਸੀਂ ਲੜਨਾ, ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਜਿਹੜੀ ਮਿਥਣੀ ਚਾਹੀਦੀ ਆ ਜਾਂ ਜ਼ਰੂਰਤ ਹੁੰਦੀ ਆ ਇਸ ਗੱਲ ਨੂੰ ਸਮਝਣ ਦੀ, ਨੋ ਯੋਰ ਐਨਮੀ, ਆਲਵੇਜ਼ ਨੋ ਯੋਰ ਐਨਮੀ। ਤੁਹਾਨੂੰ ਤੁਹਾਡੇ ਦੁਸ਼ਮਣ ਦਾ ਪਤਾ ਹੋਵੇ। ਹਜੇ ਤੱਕ ਪੰਜਾਬ ਨੂੰ, ਪੰਜਾਬੀਆਂ ਨੂੰ, ਸਾਡੇ ਆਗੂਆਂ ਨੂੰ ਸਾਡੇ ਦੁਸ਼ਮਣ ਦਾ ਹੀ ਨਹੀਂ ਪਤਾ, ਜਾਂ ਪਤਾ ਲੱਗਣੇ ਨਹੀਂ ਦੇ ਰਹੇ ਪਤੰਦਰ। ਅੱਛਾ, ਫੋਰਥ ਥਿੰਗ, that's fourth thing। ਦੂਜੀ ਗੱਲ, ਨੋ yourself also। ਤੁਹਾਨੂੰ ਤੁਹਾਡਾ ਆਪਦਾ ਵੀ ਪਤਾ ਹੋਣਾ ਚਾਹੀਦਾ, ਤੁਸੀਂ ਕਿੱਥੇ ਖੜੇ ਹੋ, ਤੁਸੀਂ ਹੈ ਕੀ ਚੀਜ਼। ਤੁਹਾਨੂੰ ਆਪਦਾ ਪਤਾ ਨਹੀਂ ਆ, ਤੁਹਾਡੇ ਇਤਿਹਾਸ ਦਾ ਨਹੀਂ ਪਤਾ, ਤੁਹਾਡੇ ਫਲਸਫੇ ਦਾ ਨਹੀਂ ਪਤਾ, ਤੁਹਾਡੀ ਵਿਚਾਰਧਾਰਾ ਦਾ ਨਹੀਂ ਪਤਾ, ਤੁਸੀਂ ਨਹੀਂ ਲੜ ਸਕਦੇ। ਤੁਹਾਡੇ 'ਚ ਰਾਜਸੀ ਚੇਤਨਾ ਆ ਜਾਊਗੀ, ਪਰ ਆਤਮਕ ਚੇਤਨਾ ਕਿੱਥੋਂ ਆਊਗੀ ਜੇ ਤੁਹਾਡੇ 'ਚ ਕੋਈ ਗੁਰੂਆਂ ਦੇ ਫਲਸਫੇ ਨੂੰ ਨਹੀਂ ਤੁਸੀਂ ਸਮਝਿਆ, ਇਹਨੂੰ ਨਹੀਂ ਤੁਸੀਂ ਸਮਝਿਆ, ਜੇ ਬਾਬਰ ਨੂੰ ਜਾਬਰ ਨਹੀਂ ਤੁਸੀਂ ਕਿਹਾ, ਤੁਹਾਡੇ ਕੋਲ ਆਹ ਦੇਖੋ ਕਿਤੇ ਮੈਚ ਜਾਣਾ ਬੰਦ ਹੋ ਜੇ ਹੁਣ। ਸੋ ਅਗਲੀ ਗੱਲ ਨਹੀਂ ਚੱਲੀ ਜਾਂਦਾ, ਨਹੀਂ ਤਾਂ ਉਹ ਵੀ ਪਹੁੰਚਾ ਦੂੰ ਮੈਂ ਤਾਂ ਆਵਾਜ਼। ਅਗਲੀ ਗੱਲ ਜਿਹੜੀ ਤੀਜਾ ਰੂਲ ਬਹੁਤ ਇੰਪੋਰਟੈਂਟ ਆ, ਤੀਜਾ ਰੂਲ ਇਹ ਆ